ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪ ਸਮਾਲ। ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪ ਸਮਾਲ। ਏਨੀ ਫੁੱਲੀ ਰਉ ਕਰੇ, ਅਵਰ ਕੇ ਚੁਣੀ ਹੈ ਡਾਲ। ਮਹਲਾ ਦੂਜਾ। ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੁਰੀ, ਸੇ ਅਹਨਿਸ ਫਿਰੈ ਜਲੰਤ। ਪੌੜੀ। ਆਪੇ ਬਖਸ਼ੇ ਦਇਆ ਕਰ, ਗੁਰ ਸਤਿਗੁਰ ਬਚਨੀ। ਅਨ ਦਿਨ ਸੇਵੀ ਗੁਣ ਰਵਾਂ, ਮਨ ਸੱਚੈ ਰਚਨੀ। ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੈ ਨਾ ਲਖਨੀ। ਸਤਿਗੁਰ ਚਰਣੀ ਲੱਗਿਆ, ਹਰ ਨਾਮ ਨਿਤ ਜਪਨੀ। ਜੋ ਇੱਛੈ ਸੋ ਫਲ ਪਾਏ ਸੀ, ਸਭ ਘਰੈ ਵਿੱਚ ਜਚਨੀ। ਜੋ ਇੱਛੈ ਸੋ ਫਲ ਪਾਏ ਸੀ, ਸਭ ਘਰੈ ਵਿੱਚ ਜਚਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਦੇ ਇਹ ਪਲ ਪ੍ਰਾਪਤ ਕੀਤੇ ਨੇ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਹੈ ਗੁਰ ਸ਼ਬਦ ਵਿਆਖਿਆ ਦਾ, ਜਿਸ ਅੰਦਰ ਸੂਹੀ ਕੀ ਵਾਰ ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤੀ ਗਈ ਇਲਮੇਰੀ ਬਾਣੀ ਸਾਨੂੰ ਪ੍ਰਾਪਤ ਹੈ। ਲਗਾਤਾਰਤਾ ਨਾਲ ਵਿਚਾਰਦਿਆਂ ਹੋਇਆਂ ਇਸ ਪਾਵਨ ਰਚਨਾ ਵਿੱਚੋਂ ਆਪ ਜੀ ਨੇ 18 ਨੰਬਰ ਪੌੜੀ ਤੇ ਨਾਲ ਲੱਗਦੇ ਸ਼ਲੋਕ ਸਰਵਨ ਕੀਤੇ ਨੇ। ਬੀਤੇ ਕੱਲ ਇਹਨਾਂ ਦੋ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਦੀ ਵਿਆਖਿਆ ਕੀਤੀ ਸੀ। ਅੱਜ ਸੈਕਿੰਡ ਸ਼ਲੋਕ ਤੇ ਜਿਸ ਸਮੇਂ ਨੇ ਅਲਾਓ ਕੀਤਾ, then definitely we will try to understand the ਪੌੜੀ too। ਪਰ ਬਚਨ ਪ੍ਰਾਰੰਭ ਕਰ ਰਹੇ ਹਾਂ ਪਹਿਲੇ ਸ਼ਲੋਕ ਦੇ ਨਾਲ ਹੀ, ਤਾਂ ਕਿ ਦੂਸਰਾ ਸ਼ਲੋਕ ਕਿਉਂਕਿ ਉਹਦੇ ਨਾਲ ਕੋਰਿਲੇਟ ਕਰਦਾ ਆ। ਜੋ ਬਚਨ ਆ ਰਿਹਾ ਸੀਗਾ, ਕਾਇਆ ਕੋਮਲ ਫੁੱਲ ਗੁਣ, ਨਾਨਕ ਗੁਪ ਸਮਾਲ। ਗੁਰੂ ਸਾਹਿਬ presenting as a metaphor that if we see any fruit tree and there are some new branches in fruit tree and those branches are coming
with some flowers, and then afterward the blossom happens and the whole fruit, the sweetness that new branch is bringing in this world. Everything is inside the fruit, but everything is not quietly open, or you can say not actually on a display, or that is not have been announced. That was totally hidden inside the tree branches. But when the season comes, that time the same branches which were only carrying leaves and some other actually kind of wooden stuff, they are bringing some sort of sweetness, some sort of fruit in the form of sweetness. ਸੋ ਇਸ ਮੈਟਾਫੋਰ ਨੂੰ ਸਾਡੇ ਸਾਹਮਣੇ ਦਿੱਤਾ ਅਤੇ ਸਾਨੂੰ ਸਮਝਾਇਆ ਇਹ ਕਿਹਾ ਜੋ ਇਹ ਹਿਊਮਨ ਲਾਈਫ ਆ ਸਰਫੇਸ 'ਤੇ ਲੱਗਦਾ ਆ ਕੁਛ ਵੀ ਨਹੀਂ, ਪਰ ਜਿੰਨੀ ਦੇਰ ਤੱਕ ਤੁਸੀਂ ਉਸ ਜੋ ਇਹਦੇ 'ਚ ਐਬਿਲਿਟੀ ਅਤੇ ਪੋਸੀਬਿਲਿਟੀ ਪਈ ਹੈ ਉਹਨੂੰ ਉਸ ਲੈਵਲ 'ਤੇ ਅਟੇਨ ਨਹੀਂ ਕਰਦੇ, ਅਰਨ ਨਹੀਂ ਕਰਦੇ, ਤੁਸੀਂ ਉਹਦੇ ਵਾਸਤੇ ਉਹ ਮੈਥਡ ਅਤੇ ਮੈਥੋਡੋਲੋਜੀ ਅਡੋਪਟ ਨਹੀਂ ਕਰਦੇ, ਤੁਸੀਂ ਉਸ ਸਵੀਟਨੈਸ ਨੂੰ ਨਹੀਂ ਦੇਖ ਸਕਦੇ। ਸੋ ਇਹਦੇ 'ਚ ਮੇਨ ਮੈਸੇਜ ਗੁਰੂ ਨਾਨਕ ਸਾਹਿਬ ਸਾਨੂੰ ਬਿਆਨ ਕਰ ਰਹੇ ਨੇ ਕਿ ਜਿਵੇਂ ਫਰੂਟ ਦੀ ਟਾਹਣੀ ਤੁਹਾਨੂੰ ਦਿਖਾ ਰਹੀ ਹੈ ਕਿ ਉਹਦੇ 'ਚ ਕੁਝ ਹੈ ਪਿਆ ਜੋ ਸੀਜ਼ਨ ਆਉਣ ਦੇ ਨਾਲ, ਸਮਾਂ ਆਉਣ ਦੇ ਨਾਲ ਉਜਾਗਰ ਹੁੰਦਾ ਹੈ। ਐਗਜ਼ੈਕਟਲੀ ਵੀ ਆਰ ਆਲ ਕੈਰਿੰਗ ਦੈਟ ਸਪਿਰਿਚੁਅਲ ਐਬਿਲਿਟੀ। ਸੋ ਇਸ ਚੀਜ਼ ਨੂੰ ਬੰਦਾ ਸਮਝ ਲੇ, ਬੜਾ ਰੈਸ਼ਨਲ ਵੀ ਹੈ, ਇੱਕ ਬਿਲੀਵ ਸਿਸਟਮ ਦੇ ਨਾਲ ਵੀ ਸਾਨੂੰ ਰਿਲੇਟ ਕਰਦਾ ਆ। ਇਹ ਵਿਸ਼ਵਸਨੀਅਤਾ ਬੰਦੇ ਦੇ ਇਸ ਅਹਿਸਾਸ ਵਿੱਚ ਆ ਜਾਏ। ਗੁਰੂ ਮਹਾਰਾਜ ਇਹੋ ਜਿਹੇ ਬਚਨ ਬਾਣੀ ਦੇ ਵਿੱਚ ਕਈ ਰੂੰਗਾਂ 'ਚ ਬਿਆਨ ਕਰਦੇ। ਕਿਤੇ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਜੋ ਦੁੱਧ ਆ, ਦੁੱਧ ਦੇ ਵਿੱਚ ਘਿਓ ਪਿਆ ਆ, ਪਰ ਉਸ ਘਿਓ ਨੂੰ ਬਿਨਾਂ ਸੰਜਮ ਤੋਂ ਪ੍ਰਗਟ ਨਹੀਂ ਕੀਤਾ ਜਾ ਸਕਦਾ। ਸੋ ਇਹਦੇ 'ਚ ਇੱਕ ਮੈਟਾਫੋਰ ਦਿੱਤਾ ਗਿਆ ਕਿ ਭਾਈ ਤੇਰੇ ਜੀਵਨ ਵਿੱਚ ਹੈ ਤੇ ਹੈ ਉਹ ਚੀਜ਼, ਪਰ ਉਸ ਸੰਜਮ ਵਿੱਚੋਂ ਲੰਘਣਾ ਪਏਗਾ ਤੈਨੂੰ। ਇਹ ਸਭ ਚੀਜ਼ਾਂ ਮਹਾਰਾਜ ਵਾਰ-ਵਾਰ ਅਹਿਸਾਸ ਦਿੱਤਾ ਕਿ ਅਸੀਂ ਜੀਵਨ ਦੇ ਆਮ ਕਰਮ ਕਰਦਿਆਂ ਹੋਇਆਂ, ਖਾਣ ਪਾਣ, ਰਹਿਣ ਸਹਿਣ, ਜੋ ਕਿ ਬੀਇੰਗ ਏ ਕ੍ਰੀਚਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਆ। ਕਿਰਤ ਕਰਨੀ, ਆਪਣੀ ਰੋਟੀ ਅਰਨ ਕਰਨੀ, ਆਪਣੇ ਆਪ ਨੂੰ, ਆਪਣੇ ਲੋੜਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਪੂਰੀਆਂ ਕਰਨਾ, ਸਭ ਚੀਜ਼ਾਂ ਹੋਣੀਆਂ। ਪਰ ਮਹਾਰਾਜ ਕਹਿੰਦੇ ਇਸ ਤੋਂ ਇੱਕ ਨੈਕਸਟ ਲੈਵਲ ਵੀ ਹੈ ਤੇਰੇ ਜੀਵਨ ਦੇ ਵਿੱਚ, ਬੀਇੰਗ ਏ ਹਿਊਮਨ। ਜੇ ਤੂੰ ਉਸ ਨੂੰ ਅਰਨ ਨਹੀਂ ਕਰੇਗਾ, ਫਿਰ ਤੇਰੇ ਅਤੇ ਇਸ ਐਨੀਮਲ ਵਰਲਡ ਦੇ ਵਿੱਚ ਜਿਹੜਾ ਦੂਸਰਾ ਜੀਵ ਸੰਸਾਰ ਹੈ, ਕੋਈ ਬਹੁਤਾ ਫਰਕ ਨਹੀਂ ਰਹਿ ਜਾਏਗਾ। ਸੋ ਤੇ ਬਾਬਾ ਜੀ ਨੇ ਇਸ ਬਾਬਤ ਸਾਨੂੰ ਅਹਿਸਾਸ ਕਰਵਾਇਆ ਕਿ ਨਾਨਕ ਗੁਪਤ ਸਮਾਲ ਇੰਨੀ ਫੁੱਲੀ ਰੌਂ ਕਰੇ। ਜੇ ਇਸ ਤਰੀਕੇ ਦੀ ਗੁਣਾਤਮਕ ਪੱਖ ਦੇ ਨਾਲ ਮਨੁੱਖ ਤੂੰ ਰਵਨ ਕਰੇਗਾ, ਤੂੰ ਆਪਣੇ ਆਪ ਨੂੰ ਜੋੜ ਪਾਏਗਾ। ਇੰਨੀ ਫੁੱਲੀ ਰੌਂ ਕਰੇ ਅਵਰ ਕੇ ਚੁਣੀ ਹੈ ਡਾਲ। ਫਿਰ ਤੈਨੂੰ ਹੋਰ ਕੋਈ, ਜਿਹਨੂੰ ਟੀਕਾਕਾਰਾਂ ਨੇ ਕਿਹਾ ਕਿ ਟਾਹਣੀਆਂ ਤੋਂ ਫੁੱਲ ਤੋੜਨੇ ਨਹੀਂ ਪੈਣਗੇ, ਭਾਵ ਤੈਨੂੰ ਕਿਸੇ ਖਾਸ ਪੂਜਾ ਅਰਚਨਾ 'ਚ ਨਹੀਂ ਜਾਣਾ ਪਏਗਾ। ਆਮ ਕਰਕੇ ਭਾਰਤੀ ਖਿੱਤੇ ਦੇ ਲੋਕ ਵਰਸ਼ਿਪਿਜ਼ਮ ਦੇ ਵਿੱਚ ਬਹੁਤ ਇਨਵੋਲਵ ਰਹੇ, ਡਿਫਰੈਂਟ ਤਰੀਕੇ ਦੇ ਨਾਲ ਮੂਰਤੀਆਂ ਬਣਾ ਕੇ ਰੱਬ ਦੀ ਪੂਜਾ ਕਰਨੀ, ਇਹ ਸਭ ਕਰਨਾ। ਪਰ ਮਹਾਰਾਜ ਨੇ ਕਿਹਾ ਜਦੋਂ ਤੂੰ ਜੀਵਨ ਦੇ ਇਸ ਅਮਲ ਨੂੰ ਅਖਤਿਆਰ ਕਰ ਲਏਗਾ, ਦੈਨ ਡੈਫੀਨੇਟਲੀ ਤੈਨੂੰ ਹੋਰ ਕਿਸੇ ਪੂਜਾ ਅਰਚਨਾ ਦੀ ਲੋੜ ਨਹੀਂ ਪਏਗੀ। ਸੋ ਇਹ ਸੀਗਾ ਜਿਹੜਾ ਕੱਲ੍ਹ ਵਾਲਾ ਸਲੋਕ ਸੀਗਾ। ਜੋ ਅੱਜ ਸਲੋਕ ਪ੍ਰਾਰੰਭ ਹੋ ਰਿਹਾ ਹੈ, ਮਹਲਾ ਦੂਜਾ, ਗੁਰੂ ਅੰਗਦ ਸਾਹਿਬ। ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ। ਹੁਣ ਬਸੰਤ ਸਪਰਿੰਗ ਕਹਿ ਲਓ, ਇੱਕ ਸੀਜ਼ਨ ਕਹਿ ਲਓ, ਜਿਸ ਸੀਜ਼ਨ ਦੇ ਵਿੱਚ ਬਲੌਸਮ ਹੁੰਦਾ ਹੈ, ਜਿਸ ਸੀਜ਼ਨ ਦੇ ਵਿੱਚ ਨਵੇਂ ਫੁੱਲ ਨਿਕਲਦੇ ਨੇ, ਫਰੂਟਸ ਜਿਹੜੇ ਨੇ ਉਹ ਆਮਦ ਲੈਂਦੇ ਨੇ, ਇਹਦੀ ਬਾਤ ਹੋ ਰਹੀ ਹੈ। ਵੀ ਆਲ ਨੋ in actually circle of or cycle of time there are some seasons which are coming one after one as the actually mother nature's law is bringing them. But in our human lives, how can we get that season ਜਿੱਥੇ ਸਾਡੇ ਜੀਵਨ 'ਚ ਫਰੂਟ ਆਵੇ? ਉਹ ਸੀਜ਼ਨ ਕਦੋਂ ਆਏਗਾ, ਸਾਨੂੰ ਉਹਦੇ ਬਾਰੇ ਵੀ ਪਤਾ ਹੋਏ। ਗੁਰੂ ਬਾਬਾ ਜੀ ਨੇ ਉਹਦੀ ਬਾਤ ਇਹਦੇ 'ਚ ਕੀਤੀ, ਕਿਆ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ। ਭਈ ਇਹ ਬਸੰਤ ਉਹਨਾਂ ਨੂੰ ਪ੍ਰਾਪਤ ਹੁੰਦਾ ਆ, ਇਹ ਸੀਜ਼ਨ ਉਦੋਂ ਆਉਂਦਾ ਹੈ ਜਿਨ ਘਰ ਵਸਿਆ। ਘਰ ਦਾ ਮਤਲਬ ਹੈ ਹਿਰਦਾ ਘਰ,
ਬੰਦੇ ਦੇ ਜੀਵਨ ਦੀ ਜਾਂ ਇਹਦੀ ਜ਼ਹਿਨੀਅਤ ਦੇ ਵਿੱਚ ਇਹਨੂੰ ਹੋਰ ਨੂੰ ਸਰਲ ਕਰ ਲਿਆ ਜਾਏ ਕਈ ਵਾਰ, ਕਿਉਂਕਿ ਹਾਰਡ ਲੱਗਦੀਆਂ ਨੇ ਚੀਜ਼ਾਂ ਸਾਨੂੰ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਬੰਦੇ ਤੂੰ ਕਿਸੇ ਨਿਰਮਲ ਭੈ ਵਿੱਚ ਰਹਿਣਾ ਆ। ਅੱਜ ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹੈਗੇ ਆ, ਇਸ ਨੂੰ ਅਸੀਂ ਡੈਮੋਕ੍ਰੈਟਿਕ ਵਰਲਡ ਕਹਿੰਦੇ ਹਾਂ। ਡੈਮੋਕ੍ਰੇਸੀ ਦੇ ਵਿੱਚ ਮਤਲਬ ਇਹ ਹੁੰਦਾ ਹੈ ਲੋਕਾਂ ਨੂੰ ਫਰੀਡਮ, ਆਜ਼ਾਦੀ ਹੈ। ਫਿਰ ਇਸ ਫਰੀਡਮ, ਆਜ਼ਾਦੀ ਦੇ ਵਿੱਚ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਲੋਕਾਂ ਦੀ ਆਜ਼ਾਦੀ ਉਹਨਾਂ ਨੂੰ ਅਕਾਊਂਟੇਬਲ ਵੀ ਬਣਾਉਂਦੀ ਹੈ। ਜਿੱਥੇ ਅਕਾਊਂਟੇਬਿਲਿਟੀ ਆਉਂਦੀ ਹੈ, ਫਿਰ ਉੱਥੇ ਕੌਣ ਅਕਾਊਂਟੇਬਲ ਬਣਾਏਗਾ ਸਾਨੂੰ? ਫਿਰ ਇੱਥੇ ਲੀਗਲ ਸਿਸਟਮ ਆਉਂਦਾ ਹੈ, ਲਾ ਐਨਫੋਰਸਮੈਂਟ। ਇੱਕ ਖਾਸ ਕਿਸਮ ਦੇ ਰੂਲਸ ਮਨੁੱਖਾਂ ਦੁਆਰਾ ਬਣਾਏ ਜਾਂਦੇ ਨੇ, ਉਹਨਾਂ ਨੂੰ ਫੋਲੋ ਨਾ ਕਰਨ ਦੇ ਉੱਤੇ ਸਜ਼ਾ ਹੁੰਦੀ ਹੈ, ਉਹਨਾਂ ਨੂੰ ਫੋਲੋ ਨਾ ਕਰਨ ਦੇ ਉੱਤੇ ਫਾਈਨਸ ਹੁੰਦੇ ਨੇ, ਇਹ ਚੀਜ਼ਾਂ ਹੁੰਦੀਆਂ। ਸੋ ਬੰਦੇ ਦੇ ਭਾਵੇਂ ਉਹ ਫਰੀ ਸੁਸਾਇਟੀ ਹੈ, ਭਾਵੇਂ ਉਹ ਬਿਲਕੁਲ ਮਤਲਬ ਹਰ ਲੈਵਲ 'ਤੇ ਕਹਿੰਦਾ ਕਿ ਮੈਨੂੰ ਪੂਰਨ ਆਜ਼ਾਦੀ ਹੈ, ਪਰ ਫਿਰ ਵੀ ਇੱਕ ਲਾ ਐਨਫੋਰਸਮੈਂਟ ਦਾ ਡਰ ਹੈ, ਇੱਕ ਲੀਗਲ ਸਿਸਟਮ ਦਾ ਡਰ ਹੈ, ਜਿਸ ਡਰ ਦੇ ਜ਼ਰੀਏ ਇੱਕ ਅਕਾਊਂਟੇਬਿਲਿਟੀ, ਇੱਕ ਜ਼ਿੰਮੇਵਾਰੀ ਤੈਅ ਹੁੰਦੀ ਹੈ, ਤਾਂ ਸਿਸਟਮ ਚੱਲਦਾ ਆ। ਜੇ ਚੀਜ਼ ਨਾ ਹੋਏ ਫਿਰ ਫਰੀ ਸੁਸਾਇਟੀ ਨਹੀਂ ਰਹਿ ਸਕੇਗੀ। ਫਿਰ ਇੱਥੇ ਅਨਾਰਕੀ ਆਏਗੀ, ਜੰਗਲ ਰਾਜ ਆਏਗਾ, ਅਤੇ ਜੰਗਲ ਰਾਜ ਉੱਥੇ ਕਦੀ ਸੁੱਖ ਨਹੀਂ ਦੇ ਸਕਦਾ। ਸੋ ਅਸੀਂ ਇਸ ਲੈਵਲ 'ਤੇ ਬਾਤ ਵਿੱਚ ਦੇਖੀਏ, ਜੇ ਬਾਹਰ ਦੀ ਦੁਨੀਆ ਦੇ ਵਿੱਚ ਕੁਝ ਲਾ ਆ, ਕੁਝ ਲਾ ਦੀ ਜਿਹੜੀ ਇੰਪਲੀਮੈਂਟੇਸ਼ਨ ਆ, ਜਿਸ ਇੰਪਲੀਮੈਂਟੇਸ਼ਨ ਵਿੱਚ ਅਸੀਂ ਨਹੀਂ ਪੈ ਰਹੇ, ਤਾਂ ਡੈਫੀਨੇਟਲੀ ਕੁਝ ਇਨਫੋਰਸਮੈਂਟ ਸਿਸਟਮ ਆ, ਉਹਦੇ ਕੋਲ ਫਿਰ ਇੱਕ ਪਾਵਰ ਆ, ਉਹਦੇ ਕੋਲ ਇੱਕ ਸਮਰੱਥਾ ਆ, ਉਹ ਸਭ ਉਸ ਲੈਵਲ 'ਤੇ ਉਸਨੂੰ ਫੋਰਸ ਕਰਦਾ ਆ। ਹੁਣ ਇਹ ਸਭ ਰੂਪ ਨੂੰ ਮਨ ਦੀ ਦੁਨੀਆ 'ਚ ਲੈ ਆਓ, ਕਿਉਂਕਿ ਇਹ ਤਾਂ ਨਹੀਂ ਹੈਗਾ ਕਿ ਜੇ ਅਸੀਂ ਲਾ ਆਫ ਕਾਸਮੋ, ਰੱਬੀ ਹੁਕਮ ਨੂੰ ਨਹੀਂ ਮੰਨਾਂਗੇ ਅਤੇ ਸਾਨੂੰ ਉਹਦੇ ਕੌਨਸੀਕੁਐਂਸਿਸ ਨਹੀਂ ਭੁਗਤਣੇ ਪੈਣਗੇ। ਈਵਨ ਅੱਜ ਹੀ ਜੇ ਤੁਸੀਂ CBC ਜਾਂ ਹੋਰ ਮੇਨ ਸਟਰੀਮ ਦੇ ਕੁਝ ਨਿਊਜ਼ ਚੈਨਲਸ ਵਗੈਰਾ ਸੁਣੇ ਹੋਣ, ਅਤੇ ਬਾਤ ਹੋ ਰਹੀ ਸੀਗੀ ਕਿ ਹੀਟ ਵੇਵ ਜਿਹੜੀ ਹੈਗੀ ਕਿੰਨੀ ਜ਼ਬਰਦਸਤ ਚੱਲ ਰਹੀ ਹੈ, ਖਾਸ ਕਰਕੇ ਵੈਸਟ ਐਂਡ 'ਤੇ ਪ੍ਰੇਰੀਜ਼ ਦੇ ਵਿੱਚ 47+ ਟੈਂਪਰੇਚਰ ਜਾ ਰਿਹਾ ਹੈਗਾ। ਵਾਟ ਇਜ਼ ਦਿਸ ਇਜ਼ ਗਲੋਬਲ ਵਾਰਮਿੰਗ। ਇਹਦੇ ਨਾਲ ਇਸ ਨਾਰਥ ਅਮੈਰੀਕਨ ਧਰਤੀ ਦੇ ਉੱਤੇ, ਜਿੱਥੇ ਸਾਲ ਦੀ ਇੱਕ ਫਸਲ ਹੁੰਦੀ ਹੈ ਅਤੇ ਜਿਹੜੀ ਬੜੀ ਫਰਟਾਈਲ ਸੋਇਲ ਅਤੇ ਬੜਾ ਸੂਟੇਬਲ ਇਨਵਾਇਰਮੈਂਟ ਮੰਨਿਆ ਜਾਂਦਾ ਸੀਗਾ ਸਰੋਂ ਦੀ ਖੇਤੀ ਵਾਸਤੇ, ਮਕਈ, ਵੀਟ, ਕਣਕ ਵਗੈਰਾ ਦੀ ਖੇਤੀ ਵਾਸਤੇ, ਅਤੇ ਵੱਡੇ ਲੈਵਲ 'ਤੇ ਫਾਰਮਿੰਗ 'ਚੋਂ ਇਨਕਮ ਜਨਰੇਟ ਹੋ ਰਹੀ ਸੀ। ਹੁਣ ਮੰਨਿਆ ਜਾ ਰਿਹਾ ਕਿ ਭਾਈ ਜੇ ਇਸ ਤਰੀਕੇ ਦੇ ਨਾਲ ਹੀਟ ਵੇਵਸ ਚੱਲਦੀਆਂ ਤਾਂ ਫਿਰ ਇਹ ਸਭ ਖਤਮ ਹੋ ਜਾਏਗਾ, ਕਿਉਂਕਿ ਇਤਨੀ ਗਰਮੀ ਦੇ ਵਿੱਚ ਇੱਥੋਂ ਦੀਆਂ ਫਸਲਾਂ, ਕਿਉਂਕਿ ਇਨਫਰਾਸਟਰਕਚਰ ਹੀ ਨਹੀਂ ਹੈਗਾ, ਅਤੇ ਜੇ ਇਨਫਰਾਸਟਰਕਚਰ ਬਣਾਇਆ ਜਾਏਗਾ ਦੇਰ ਵੁੱਡ ਬੀ ਹਿਊਜ ਇਨਵੈਸਟਮੈਂਟ ਐਜ਼ ਵੀ ਹੈਵ ਸੀਨ ਇਨ ਪੰਜਾਬ ਐਂਡ ਅਦਰ ਏਰੀਆਜ਼, ਜਿੱਥੇ ਹਰ ਇੱਕ 2-4 ਕਿੱਲਿਆਂ ਦੇ ਪਿੱਛੇ ਇੱਕ ਟਿਊਬਵੈਲ ਪਾਇਆ ਗਿਆ ਥੱਲੇ, ਉੱਥੋਂ ਪਾਣੀ ਕੱਢਿਆ ਗਿਆ, ਇੰਨਾ ਮਹਿੰਗਾ, ਅਤੇ ਉਹ ਸਭ ਚੀਜ਼ਾਂ ਕੀਤੀਆਂ ਗਈਆਂ। ਇਸ ਸਭ ਦੇ ਵਿੱਚ ਆਪਾਂ ਧਿਆਨ ਨਾਲ ਦੇਖੀਏ ਅਤੇ ਜੇ ਕੁਦਰਤ ਦੇ ਨਿਜ਼ਾਮ ਨੂੰ ਤੋੜਿਆ ਗਿਆ, ਮਤਲਬ CO2 ਜਿਹੜਾ ਆ, ਇਤਨਾ ਕਾਰਬਨ ਪੈਦਾ ਕੀਤਾ ਗਿਆ, ਇਤਨੇ ਕਾਰਬਨ ਫੁੱਟਪ੍ਰਿੰਟ ਪਾ ਦਿੱਤੇ ਗਏ, ਇਤਨੀ ਜ਼ਿਆਦਾ ਵੱਡੇ ਲੈਵਲ 'ਤੇ, ਮੈਸਿਵ ਲੈਵਲ 'ਤੇ ਜੰਗਲਾਂ ਦੀ ਕਟਾਈ ਹੋਈ, ਮਤਲਬ ਬਹੁਤ ਇਹ ਸਭ ਚੀਜ਼ਾਂ ਅਸੀਂ ਵੇਖੀਆਂ, ਅਤੇ ਉਹਦਾ ਅੱਜ ਕੌਨਸੀਕੁਐਂਸਿਸ ਸਾਡੇ ਸਾਹਮਣੇ ਨੇ। ਜਿਹੜੀ ਫੋਰਸ ਕਰਨ ਵਾਲੀ ਉਹ ਤਾਕਤ ਆ, ਕੁਦਰਤ ਕਹਿ ਲਓ, ਉਹ ਆਪਣੇ ਤੌਰ 'ਤੇ ਉਸ ਇੰਤਕਾਮ ਦਾ ਰੂਪ ਸਾਡੇ ਸਾਹਮਣੇ ਲਿਆ ਰਹੀ ਹੈਗੀ ਹੈ। ਹਾਂ, ਇਹ ਬੰਦਾ ਨਾ ਦੇਖੇ ਗੱਲ ਵੱਖਰੀ ਆ, ਪਰ ਥਿੰਗਸ ਆਰ ਇਨ ਫਰੰਟ ਆਫ ਅਸ। ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ, ਦੋਨਾਂ ਮਿਸਾਲਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਪਹਿਲੀ ਮਿਸਾਲ ਇਹ ਦਿੱਤੀ ਜਾ ਰਹੀ ਸੀ ਕਿ ਡੈਮੋਕ੍ਰੈਟਿਕ ਵਰਲਡ ਦੇ ਵਿੱਚ ਅਸੀਂ ਦੇਖਦੇ ਹਾਂ ਫਰੀ ਮੁਲਕ ਆ, ਲੋਕਾਂ ਨੇ ਆਪਣੇ ਆਪ ਦੇ ਉੱਤੇ ਰਾਜ ਕਰਨਾ ਆ, ਲੋਕਾਂ ਦੇ ਰਿਪਰੈਜ਼ੈਂਟੇਟਿਵ ਲੋਕਾਂ ਦੇ ਹੱਕ 'ਚ ਕੰਮ ਕਰਦੇ ਨੇ। ਫਿਰ ਵੀ ਇੱਕ ਲਾਅ ਬਣਾਇਆ ਜਾਂਦਾ, ਉਸ ਲਾਅ ਨੂੰ ਇਨਫੋਰਸ ਕਰਨ ਵਾਸਤੇ ਡਿਪਾਰਟਮੈਂਟ ਬਿਲਡ ਕੀਤੇ ਜਾਂਦੇ ਨੇ। ਜੇ ਅਸੀਂ ਕੁਦਰਤ 'ਚ ਦੇਖਦੇ ਹਾਂ, ਕੁਦਰਤ ਦੇ ਵਿੱਚ ਵੀ ਨਿਜ਼ਾਮ ਹੈ, ਇੱਕ ਕਾਨੂੰਨ ਹੈ, ਉਸ ਕਾਨੂੰਨ ਦੇ ਅਕੋਰਡਿੰਗਲੀ ਸਭ ਚੀਜ਼ਾਂ ਚੱਲਦੀਆਂ ਨੇ। ਜਦੋਂ ਤੁਸੀਂ ਉਹਨੂੰ ਨਹੀਂ ਤੋੜਦੇ, ਫਿਰ ਉਹੀ ਕੁਦਰਤ ਉਹਨਾਂ ਹੀ ਕਾਨੂੰਨਾਂ ਨੂੰ ਇਨਫੋਰਸ ਕਰਨ ਵਾਸਤੇ, ਜਿਸ 'ਤੇ ਹੁਣ ਜ਼ੋਰ ਲੱਗ ਰਿਹਾ ਕਿ ਭਾਈ CO2 ਘਟਾਓ, ਭਾਈ ਗਰੀਨਰੀ ਵਧਾਓ, ਭਾਈ ਜਿਹੜਾ
लैंडस्केप आ जिवें कुदरत ने बिल्ड किया उन्होंने उस तरीके नाल वापस लिया जाए। सो यदी बात हो रही है। सो तो पता लगा कि वी हैव टू लिव इन सम सॉर्ट ऑफ नियम, सम सॉर्ट ऑफ हुक्म, सम सॉर्ट ऑफ ऑर्डर। ਉਹਦੇ 'ਚ ਸਾਨੂੰ ਰਹਿਣਾ ਪਏਗਾ ਉਸ ਰੂਪ ਦੇ ਵਿੱਚ। ਇਹੀ ਰੱਬੀ ਭੈ ਹੈ, ਉਹਦਾ ਹੁਕਮ ਨਾ ਟੁੱਟ ਜਾਏ, ਕਿਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਹਦੂਲੀ ਨਾ ਹੋ ਜਾਏ। ਇੱਥੇ ਗੁਰੂ ਬਾਬਾ ਜੀ ਉਸ ਹੁਕਮ ਦੇਣ ਵਾਲੇ ਨੂੰ ਤੇ ਉਸ ਹੁਕਮ ਦੀ ਜਿਹਦੀ ਹਦੂਲੀ ਨਾ ਹੋਏ ਉਸ ਨੂੰ ਕੰਤ ਕਿਹਾ ਹੈ। ਉਸ ਕੰਤ ਦੇ ਉੱਤੇ ਸਾਨੂੰ ਜਿਹੜਾ ਉਹਦਾ ਪੈਪਾਵ ਸਾਡੇ ਹਿਰਦੇ 'ਚ ਰਹੇ। ਹੁਣ ਇਹਦੇ ਪਿੱਛੇ ਇੱਕ ਕਲਚਰਲ ਸੈਟਿੰਗ ਵੀ ਸਮਝ ਲਈਏ ਥੋੜ੍ਹੀ ਜਿਹੀ, ਕਿਉਂਕਿ ਬਾਣੀ ਹੈ, ਮੈਂ ਮਿਸਾਲੀ ਤੌਰ 'ਤੇ ਬਾਤ ਕਰ ਰਿਹਾ ਵਾਂ। ਜੋ ਤੁਸੀਂ ਦੇਖਦੇ ਹਾਂ ਤੇ ਇਹ ਹੈ ਕਿ ਜਿਹੜੀ ਔਰਤ ਦੀ ਹੋਣੀ ਰਹੀ ਭਾਰਤੀ ਖਿੱਤੇ ਦੇ ਵਿੱਚ, ਉਸ ਗਿਰਦੇ ਰਵਾਨ ਦੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ, ਉਹ ਮਤਲਬ ਜਿਹੜਾ ਮੈਨ ਡੋਮੀਨੇਟਿੰਗ ਸੋਸਾਇਟੀ ਸੀਗੀ ਅਤੇ ਉਹਦੇ ਮਾਸਕੂਲਨ ਜੈਂਡਰ ਦੀ ਡਿਪੈਂਡੈਂਸੀ ਵਿੱਚ ਰਹੀ। ਸੋ ਉਸ ਨੂੰ ਉਸੇ ਰੂਪ ਦੇ ਵਿੱਚ ਹੀ ਦੇਖਿਆ ਗਿਆ। ਅਸੀਂ ਕਈ ਵਾਰੀ ਬਾਣੀ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਤਿਚਰ ਵਸੈ ਸੁਹੇਲੜੀ ਜਿਚਰ ਸਾਥੀ ਨਾਲ। ਜੇ ਤੇਰਾ ਸਾਥੀ, ਸਾਥੀ ਦਾ ਮਤਲਬ ਕੰਤ ਸੁਹਾਗ, ਤੇਰੇ ਅੰਗ ਸੰਗ ਹੈ, ਤੇਰੇ ਨਾਲ ਹੈ, ਤੇਰਾ ਜੀਵਨ ਸੁਖਾਲਾ ਆ। ਜੇ ਕਿਤੇ ਉਹ ਸਾਥੀ ਨਾ ਨਾਲ ਰਹੇ, ਕੁਝ ਕੁਦਰਤੀ ਰੀਜ਼ਨ ਹੋਏ ਜਾਂ ਵੈਸੇ ਉਹ ਛੱਡ ਦੇਵੇ ਕਿਸੇ ਰੂਪ ਦੇ ਵਿੱਚ, ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ, ਫਿਰ ਇਹ ਤਨ ਮਿੱਟੀ 'ਚ ਰੁਲ ਗਈ, ਇਹਦੀ ਕੋਈ ਵੁਕਤ ਨਾ ਰਹੀ, ਵੈਲਿਊ ਨਾ ਰਹੀ। ਇਸ ਕਿਸਮ ਦੇ ਸਮਾਜ ਨੂੰ ਵਿਟਨੈਸ ਕੀਤਾ ਗਿਆ। ਹਾਲਾਂਕਿ ਇਹਦੇ ਉੱਤੇ ਅਕਸਰ ਬਾਤ ਹੋਈ ਹੈ। ਗੁਰਮਤਿ ਸਕੂਲ ਨੇ ਨਾ ਤੇ ਮੈਨ ਡੋਮੀਨੇਸ਼ਨ ਦੀ ਗੱਲ ਕੀਤੀ ਹੈ, ਗੁਰਮਤਿ ਸਕੂਲ 'ਤੇ ਵਰਚੂਜ਼ ਦੀ, ਹਿਊਮਨ ਲਾਈਫ ਦੀ ਕੁਆਲਿਟੀਜ਼ ਦੀ, ਜਿਹੜੀ ਹਿਊਮਨ ਕਰੈਕਟਰ ਦੀ, ਇਹਨੂੰ ਬਿਲਡ ਕਰਨ ਦੀ ਅਤੇ ਇਹਦੀ ਡੋਮੀਨੇਸ਼ਨ ਦੀ ਗੱਲ ਕਰਦਾ। ਉਹਦੇ 'ਚ ਜਿਹੜਾ ਧਨ ਅਤੇ ਪਿਰ ਆ, ਜਿਹੜੀ ਹਸਬੈਂਡ ਅਤੇ ਵਾਈਫ ਦੀ ਬਾਤ ਆ, ਉਹ ਤਾਂ ਸਖਾ ਨੇ ਇੱਕ ਹਾਇਰ ਗੋਲ ਨੂੰ ਅਚੀਵ ਕਰਨ ਵਾਸਤੇ ਉਸ ਰਾਹ 'ਤੇ ਤੁਰ ਰਹੇ ਨੇ। ਸੋ ਇਹਦੀ ਬਾਤ ਹੁੰਦੀ ਹੈ। ਮਗਰ ਸੁਸਾਇਟੀ ਦੇ ਵਿੱਚੋਂ ਗੁਰੂ ਬਾਬਾ ਜੀ ਇੱਕ ਹੋਰ ਮੈਟਾਫੋਰ ਸਾਡੇ ਸਾਹਮਣੇ ਬਿਆਨ ਕਰਦੇ ਕਿ ਦੇਖੋ, ਜੀਵਨ ਦਾ ਬਸੰਤ, ਜੀਵਨ ਦੇ ਵਿੱਚ ਬਸੰਤ ਦਾ ਮਾਇਨਾ ਵੀ ਸਮਝੋ। ਮਤਲਬ ਜਦੋਂ ਬਹੁਤ ਵੱਡੇ ਲੈਵਲ 'ਤੇ ਜੀਵਨ ਦੇ ਵਸੇਬੇ, ਸਰਵਾਈਵਲ, ਉਹਦੀ ਹੋਂਦ ਦੇ ਸੋਰਸਿਸ ਜਨਰੇਟ ਹੁੰਦੇ ਨੇ। ਕਿਉਂਕਿ ਜਿਹੜੀ ਬਸੰਤ ਆ, ਬਹਾਰ ਆ, ਇਹ ਫੁੱਲ ਲੈ ਕੇ ਆਉਂਦੀ ਹੈ। ਇਹ ਜਿਹੜੀ ਬਹੁਤ ਸਾਰਾ ਸੀਜ਼ਨ ਦੇ ਵਿੱਚ ਅਨਾਜ ਲੈ ਕੇ ਆਉਂਦੀ ਹੈ, ਫਰੂਟ ਲੈ ਕੇ ਆਉਂਦੀ ਹੈ, ਜਿਹਦੇ ਨਾਲ ਸਮੁੱਚਾ ਜਿਹੜਾ ਈਕੋਸਿਸਟਮ ਆ, ਪੂਰਾ ਦਾ ਪੂਰਾ ਈਕੋਸਿਸਟਮ, ਉਹ ਸਾਰੇ ਨੂੰ ਇਹ ਇੱਕ ਤਰ੍ਹਾਂ ਦੇ ਨਾਲ ਬੂਸਟ ਕਰਦੀ ਹੈ, ਇਹ ਵਧਾਉਂਦੀ ਹੈ। ਇਸ ਕਰਕੇ ਬਸੰਤ ਹੈ। ਅਤੇ ਸਾਡੇ ਮਨੁੱਖਾਂ ਦੀ ਦੁਨੀਆ ਦੇ ਵਿੱਚ ਅਸੀਂ ਕੌਣ ਨਹੀਂ ਚਾਹੁੰਦਾ ਕਿ ਸਾਡੇ ਜੀਵਨ ਦੇ ਵਿੱਚ ਅਸੀਂ ਫਲੋਰਿਸ਼ ਹੋਈਏ, ਸਾਨੂੰ ਹਰ ਇੱਕ ਲੈਵਲ 'ਤੇ ਜਿਹੜੀ ਹੈ ਪ੍ਰਫੁੱਲਤਾ ਮਿਲੇ, ਸਕਸੈਸ ਮਿਲੇ, ਚੜ੍ਹਦੀ ਕਲਾ ਹੋਏ। ਅਤੇ ਫਿਰ ਇਸ ਬਸੰਤ ਨੂੰ, ਇਸ ਅਸੀਂ ਫਲੋ ਨੂੰ ਕਿਵੇਂ ਜਨਰੇਟ ਕਰ ਸਕਦੇ ਹਾਂ, ਕਿਵੇਂ ਅਸੀਂ ਇਸ ਨੂੰ ਬੂਸਟ ਹੁੰਦਾ ਹੋਇਆ ਦੇਖ ਸਕਦੇ ਹਾਂ। ਗੁਰੂ ਅੰਗਦ ਮਹਾਰਾਜ ਬਿਆਨ ਕਰਦੇ, ਨਾਨਕ ਤਿਨਾ ਬਸੰਤ ਹੈ। ਹੇ ਨਾਨਕ, ਉਹਨਾਂ ਦੇ ਜੀਵਨ ਦੇ 'ਚ ਬਸੰਤ ਆ। ਫਿਰ ਇੱਕ ਹੋਰ ਚੀਜ਼ ਨੂੰ ਨਾਲ ਲੈ ਲਈਏ ਇਹਦੇ, ਜਿਵੇਂ ਸੌਰੀ ਟੂ ਸੇ, ਮੈਂ ਫਿਰ ਮਿਸਾਲ ਅੱਜ ਦੀ ਦੁਨੀਆ ਵਿੱਚੋਂ ਦੇਣ ਲੱਗਾ ਹਾਂ। ਜੇ ਅਸੀਂ ਪ੍ਰੇਰੀਜ਼ ਦੀ ਗੱਲ ਕਰੀਏ ਤਾਂ ਪ੍ਰੇਰੀਜ਼ ਦੀ ਪਿਛਲੇ 30, 40, 50 ਸਾਲਾਂ ਦੀ ਜਿਹੜੀ ਸਾਰੀ ਡਿਵੈਲਪਮੈਂਟ ਆ, ਉਹ ਸਾਰੇ ਦੀ ਸਾਰੀ ਆਇਲ ਇੰਡਸਟਰੀ 'ਤੇ ਖੜੀ ਹੈ, CO2 'ਤੇ। ਇੰਝ ਲੱਗਾ ਇੱਕਦਮ, ਮਤਲਬ ਮੇਰੇ ਸਾਹਮਣੇ ਦੇਖਣ ਦੇ ਹਾਲਾਤ ਸੀਗੇ ਕਿ ਜਦੋਂ ਕੈਲਗਰੀ ਦੇ ਵਿੱਚ ਇਤਨਾ ਜ਼ਬਰਦਸਤ ਬੂਮ ਆਇਆ, ਐਲਬਰਟਾ ਸਾਰੇ ਦੇ ਅਤੇ ਕੈਲਗਰੀ ਖਾਸ ਕਰਕੇ, ਜਿੱਥੇ ਜਿਹੜੀ ਰੀਅਲ ਸਟੇਟ ਸੀਗੀ, ਜਿਹੜੀ ਸਪੋਜ਼ ਕਰੋ ਅੱਜ $1 ਦੀ ਸੀ, ਅਤੇ ਉਹ ਕੁਝ ਹਫ਼ਤਿਆਂ ਦੇ 'ਚ, ਆਈ ਸ਼ੁਡ ਨੋਟ ਸੇ ਮੰਥਸ ਐਕਚੁਅਲੀ, ਉਹ ਮਲਟੀ ਡਾਲਰਸ ਵਿੱਚ ਚਲੀ ਗਈ। ਸੋ ਪਤਾ ਲੱਗਾ ਵੀ ਕਮਾਲ ਹੀ ਹੋ ਗਈ। ਸਾਡੇ ਇੱਥੋਂ TTC ਦੇ ਵਿੱਚੋਂ ਕੁਝ ਲੋਕ ਉੱਥੇ ਇੱਕਦਮ ਉਹਨਾਂ ਨੂੰ ਨਵਾਂ ਇਨਫਰਾਸਟਰਕਚਰ ਬਣਾਉਣਾ ਪਿਆ,
ट्रांजिशन वास्ते जिहड़ियां खास करके उन्होंने ट्रांसपोर्ट वास्ते ते जिहड़ियां पब्लिक ट्रांजिशन सीगी उहदे वास्ते जदों बना रहे सीगे ते उन्होंने इत्थों उन्हों दे कुछ ड्राइवर्स हायर किए, कुछ उन्होंने मूविंग कॉस्ट भी दिते, एक्सट्रा मनी एक्सट्रा जिहड़े उन्होंने पैकेजेस ते दिते गए, पर उन्होंने मूविंग कॉस्ट भी दी कि भाई तुसीं इत्थों मूव करके उत्थे जाके सैटल होना, सो वी विल गिव यू सम एक्सट्रा पैकेज, साइनिंग अमाउंट्स मिले। सो ये चीज़ां लोगों ने देखियां, ये सब चीज़ां विटनैस कीतियां तो लगा कमाल हो गई, बस जी ये नवा बूम आ गया, नवे जड़ा सब कुछ, पर है ऑन वट कॉस्ट? टू क्रिएट मोर CO2, टू क्रिएट मोर डिस्ट्रैक्शन इन मदर नेचर इज एक्चुअली लैंडस्केप। उस सारे का असी फिर बाद दे विच बहुत सारे रंग देखे, जिहदे च फोर्ट जिहड़ा सीगा मैकमेरी वो तुसीं देखिया होएगा उस लैवल ते ਉਹਦੀ ਜਿਹੜੀ फायर हुई उत्थे किस तरीके दे नाल जंगल नूं अग लगी, रिफाइनरीज उत्थे अजे वो एपीसोड देखिया आ, हुण असीं आ देख रहे हैगे आ। सो बसंत ते होए मतलब कोई सक्सेस होए, कोई प्राप्ति होए, पर उन वट प्राइस? जे बसंत आउणी है तो उहदे लई प्राइस सही पे कीती जाए, प्रॉपर तरीके नाल, एक बैलेंस्ड इकोनॉमी, एक बैलेंस्ड अप्रोच अडॉप्ट की जाए। भाई घट डिस्ट्रैक्शन है मदर नेचर दे विच, एक इहो जिहा तरीका अडॉप्ट किया जाए जिहदे नाल धरती ते जीवन वधे, जिहड़ा वैदर आ इसनूं असीं एक्सीलेट ना करिए खराब होने वास्ते, ये सारे च अपना हिस्सा पाइए। हुण सारिया मिसालों के विचों इस पावन बचन ते आ जाइए जिस गुरु बाबा जी कहते नानक तिना बसंत जिन कर वसिया कंत। अज साडे इत्थे जिस चीज़ के उत्ते सब तो वध जोर दिता जा रहा वो है मैंटल हैल्थ। बंदा मानसिक तौर पर सिक है, बीमार हो गया है। बीमार मानसिकता वक्त बा वक्त इहो जे मंजर क्रिएट कर रही है जिन्हों जिन्ना मर्जी अवॉइड करिए तुसी अवॉइड नहीं कर सकते। अज का इस्लामोफोबिया कह लो, अज का तुसी जिहड़ा खास करके रेशिज्म कह लो, डिस्क्रिमिनेशनस कह लो, हेट क्राइम कह लो, ये सारा कुछ ये मुजाहरा कर रहे भी चीज़ सरफेस ते है। तो जो होर डीप जावांगे तो तुहानूं पता लगेगा कि एक्चुअली ये भावें मसाजनी रिलेटिड क्राइम हो रहे हैं तो भावें वो रेस रिलेटिड हो रहे हैं, मानसिक बीमार लोगों की बात आ। फिर होर इस तो फस्ट लैवल ते आ जाइए। अजे बीते 2 रोज़ पहले मैं यूनिवर्सिटी का डाटा पढ़ रहा सी थे, कैनेडियन यूनिवर्सिटी का, तो वो कह रहे थे कि अराउंड 70% लोगों उन्होंने कुछ डाटा कलैक्शन वास्ते लोगों रैंडमली कॉल्स कीतियां कि तुसी कोविड-19 दियां जिहड़ियां इंस्ट्रक्शनस सीगियां गौरमेंट द्वारा स्थापित कीतियां स्टैबलिश कीतियां गाइडलाइनस तुसी फॉलो कर रहे सी। तो 70% लोगों ने मन्निया कि नो 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 वी एक्चुअली break them, we have broken them, we have actually we were not following the instructions as it is। ਉਹਦੇ ਪਿੱਛੇ ਕੁਝ ਰੀਜ਼ਨ ਲੋਕਾਂ ਦੇ ਜੈਨੂਇਨ ਸੀ, ਬਹੁਤ ਸਾਰੇ ਰੀਜ਼ਨ ਐਸੇ ਸੀਗੇ ਕਿ ਜਸਟ ਹੂ ਕੇਅਰ। ਇੱਥੋਂ ਵੀ ਪਤਾ ਲੱਗਾ ਕਿ ਇੱਕ ਐਸੀ ਵਬਾ ਫੈਲ ਰਹੀ ਹੈ, ਤੁਹਾਡੇ ਫਾਇਦੇ ਵਾਸਤੇ ਕੁਝ ਬਾਤ ਕੀਤੀ ਜਾ ਰਹੀ, ਮਤਲਬ ਮਾਨਸਿਕ ਤੌਰ 'ਤੇ ਤੁਸੀਂ ਠੀਕ ਹੋ, ਐਜ਼ ਏ ਸੁਸਾਇਟੀ ਦੇਖਣ ਦੀ ਲੋੜ ਹੈ। ਜੇ ਆਪਾਂ ਡੋਮੈਸਟਿਕ ਇਨਵਾਇਰਮੈਂਟ 'ਚ ਆ ਜਾਈਏ ਤਾਂ ਡੋਮੈਸਟਿਕ ਇਨਵਾਇਰਮੈਂਟ ਦੇ ਵਿੱਚ ਵੀ ਆਪ ਦੇਖੋਗੇ ਕਿ ਘਰਾਂ ਥਾਵਾਂ ਦੇ ਵਿੱਚ ਇੱਕ ਛੱਤ ਹੇਠ ਰਹਿ ਰਹੇ ਲੋਕਾਂ ਦੀ, ਜਿਹਨਾਂ ਨੂੰ ਅਸੀਂ ਫੈਮਿਲੀ ਕਹਿੰਦੇ ਹਾਂ, ਫੈਮਿਲੀ ਲਾਈਫ ਦੀ ਕੀ ਹਾਲਤ ਆ। ਜੇ ਆਪਾਂ ਉਹਦੇ ਵਿੱਚ ਬਿਲਕੁਲ ਇੱਕ ਇੰਡੀਵਿਜੂਅਲ ਸ਼ਖਸ ਦੇ ਉੱਤੇ, ਇੱਕ ਬਸ਼ਰ ਦੇ ਉੱਤੇ, ਮਨੁੱਖ ਦੇ ਉੱਤੇ ਆ ਜਾਈਏ ਤਾਂ ਮਨੁੱਖ ਦੀ ਆਪਣੀ ਹਾਲਤ ਵੀ ਕੀ ਹੈ ਕਿ ਉਹਦੀ ਲਾਈਫ ਕਿੰਨੀ ਕੁ ਮੀਨਿੰਗਫੁਲ ਹੈ ਉਹਦੇ ਵਾਸਤੇ, ਜੋ ਕੁਛ ਕਰ ਰਿਹਾ ਹੈ, ਹੋ ਰਿਹਾ, ਵਾਪਰ ਰਿਹਾ, ਕਿੰਨਾ ਕੁ ਮਾਈਂਡਫੁਲ ਹੈ ਉਹਦੇ ਬਾਰੇ। ਉਹ ਇੱਥੋਂ ਪਤਾ ਲੱਗਦਾ ਹੈ ਕਿ ਬਜ਼ਾਤੇ ਸਭ ਕੁਝ ਹੁੰਦਿਆਂ, ਮਤਲਬ ਉਹਦੇ ਕੋਲ ਮਹਿੰਗੀ ਤੋਂ ਮਹਿੰਗੀ ਕਾਰ ਹੈ ਚਲਾਉਣ ਵਾਸਤੇ, ਰਹਿਣ ਲਈ ਘਰ ਆ, ਸਭ ਕੁਝ ਆ, ਪਰ ਬੰਦਾ ਇੱਕ ਖਲਾਅ ਵਾਲੇ ਪਾਸੇ ਵੱਧ ਰਿਹਾ ਹੈ। ਇਸ ਨੂੰ ਅੱਜ ਦਾ ਇੱਕ ਸਕਾਲਰ ਇਸ ਤਰ੍ਹਾਂ ਕੋਰਿਲੇਟ ਕਰਦਾ ਹੈ ਕਿ ਆਵਰ ਹੋਲ ਯੂਨੀਵਰਸ ਇਜ਼ ਗੋਇੰਗ ਟੂਵਰਡ ਏ ਬਲੈਕ ਹੋਲ।
But if we narrow down it, then we can easily see every human being is going towards some sort of that black hole in his or her own mind. So ਇਹ ਚੀਜ਼ ਜਿਹੜੀ ਇੱਥੋਂ ਆ ਰਹੀ ਹੈ, ਗੁਰੂ ਅੰਗਦ ਸਾਹਿਬ ਜਿਹੜੀ ਬਾਤ ਕਰ ਰਹੇ ਬੜੀ ਯੂਨੀਵਰਸਲ ਆ ਕਿ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਥ। ਪਰ ਜੀਵਨ 'ਚ ਬਸੰਤ ਤੇ ਹੋ ਸਕਦਾ ਹੈ, ਵਸੇਬਾ, ਚੜ੍ਹਦੀ ਕਲਾ ਵਾਲਾ, ਸਕਸੈਸ, ਪ੍ਰਾਪਤੀਆਂ, ਜਿੱਥੇ ਸ਼ਾਖਾਵਾਂ ਨੂੰ ਬੂਰ ਪੈ ਸਕਦਾ, ਫੁੱਲ ਪੈ ਸਕਦੇ, ਫਲ ਪੈ ਸਕਦੇ। ਪਰ ਉਹਦੀ ਕੰਡੀਸ਼ਨ ਇਹ ਹੈ ਜਿਨ ਕਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਘਰ 'ਚ ਕੰਤ ਵਸਦਾ ਆ, ਰੱਬ ਦਾ ਪੈ ਹੈ, ਜਿਨ੍ਹਾਂ ਨੂੰ ਅਹਿਸਾਸ ਹੁੰਦਾ ਕਿ ਉਹ ਕਰਤਾਰ ਆਲੇ ਦੁਆਲੇ ਹੈ। ਮੈਂ ਅਕਾਊਂਟੇਬਲ ਹਾਂ ਆਪਣੇ ਹੀ ਅਮਲਾਂ ਦੇ ਬਾਰੇ। ਅਮਲਾਂ ਨੂੰ ਛੱਡੋ, ਤੁਸੀਂ ਆਪਣੀਆਂ ਸੋਚਾਂ ਬਾਰੇ। ਜੇ ਮੇਰੇ ਖਿਆਲਾਂ ਦੀ ਦੁਨੀਆ, ਅਸੀਂ ਬਚਨ ਪੜ੍ਹਦੇ ਨਾ, ਅਸੰਖ ਮਲੇਛ ਮਲ ਭਖ ਖਾਹੇ। ਹੁਣ ਉਹ ਅੱਜ ਹੀ ਸੱਜਣਾ ਨਾਲ ਬਾਤ ਹੋ ਰਹੀ ਸੀ, ਤੇ ਬਾਤ ਹੋ ਰਹੀ ਸੀ ਕਿ ਜਿਹੜੀ ਆਹਾਰ ਆ, ਮਤਲਬ ਖਾਣਾ ਆ, ਬੰਦਾ ਜ਼ਰੂਰੀ ਨਹੀਂ ਕਿ ਬਾਹਰ ਤੇ ਹੋ ਸਕਦਾ ਬੰਦਾ ਬੜਾ ਔਰਗੈਨਿਕ ਖਾ ਰਿਹਾ, ਬੜਾ ਵਧੀਆ ਖਾ ਰਿਹਾ, ਬਹੁਤ ਚੂਜ਼ ਕਰਕੇ ਖਾ ਰਿਹਾ, ਪਰ ਆਪਣੀ ਮੱਤ ਨੂੰ ਕੀ ਖਵਾ ਰਿਹਾ? ਥਾਟਸ ਕਿਹੋ ਜਿਹੇ ਚੱਲ ਰਹੇ ਨੇ, ਕਿਹੋ ਜਿਹੇ ਥਾਟਸ ਨੂੰ ਅਪੀਲ ਕਰ ਰਹੇ ਨੇ। ਜਿਹੜੀ ਉਹ ਦੁਨੀਆ ਉਹਦੇ ਜ਼ਿਹਨ ਵਿੱਚ ਜਾ ਰਹੀ ਹੈ, ਉਹ ਕਿੰਨੀ ਕੁ ਵਧੀਆ। ਮੈਂ ਕਈ ਵਾਰੀ ਐਗਜ਼ਾਮਪਲਸ ਕਰਦਾ ਛੋਟੇ ਛੋਟੇ ਜੀਵਨ ਦੇ ਘਟਨਾਕ੍ਰਮ ਦੇ ਵਿੱਚੋਂ। ਮੈਨੂੰ ਇੱਕ ਵਾਰੀ ਜੂਡਿਜ਼ਮ ਰਿਲੇਟਡ ਕੁਛ ਸ਼ਖਸ ਆਏ ਅਤੇ ਉਹਨਾਂ ਨੇ ਮੈਨੂੰ ਕੁਝ ਲਿਟਰੇਚਰ ਦਿੱਤਾ, ਅਤੇ ਇੱਕ ਬੜਾ ਕਮਾਲ ਦਾ ਕਿਤਾਬਚਾ ਸੀਗਾ ਯਹੂਦੀਆਂ ਦਾ ਲਿਖਿਆ ਹੋਇਆ। ਅਤੇ ਉਸ ਕਿਤਾਬਚੇ 'ਚ ਅੱਜ ਦੇ ਮਾਡਰਨ ਵਰਲਡ ਦੀ ਇੱਕ ਐਗਜ਼ਾਮਪਲ ਕਰਦਾ। ਅਤੇ ਐਗਜ਼ਾਮਪਲ ਕਿੱਦਾਂ ਇਸ ਤਰ੍ਹਾਂ ਕਰਦਾ ਹੈ, ਅਤੇ ਬੜਾ ਮੈਟਾਫੋਰੀ ਐਕਚੁਅਲ ਲੈਵਲ 'ਤੇ, ਪਰ ਬੜਾ ਲੰਮਾ ਚੌੜਾ ਮੈਂ ਟੂਕ ਮਾਤਰ ਬਿਆਨ ਕਰਾਂ ਉਸਨੂੰ ਮੁਕਤਸਰ। ਉਹ ਕਹਿੰਦਾ ਕਿ ਅਸੀਂ ਬੜੇ ਵਧੀਆ ਘਰਾਂ 'ਚ ਰਹਿੰਦੇ ਹਾਂ, ਮੋਸਟਲੀ ਨਾਰਥ ਅਮਰੀਕਾ ਦੇ ਵਿੱਚ, ਡਿਵੈਲਪਡ ਨੇਸ਼ਨਸ ਦੇ ਵਿੱਚ। ਸਾਡੇ ਘਰਾਂ ਦੇ ਵਿੱਚ ਅਸੀਂ ਜਰਾ ਜਿੰਨਾ ਵੀ ਗਾਰਬੇਜ ਜਿਹੜਾ ਹੈਗਾ ਉਹ ਬਰਦਾਸ਼ਤ ਨਹੀਂ ਕਰਦੇ। ਡੇਲੀ ਵੈਕਿਊਮ ਕਰਦੇ ਹਾਂ, ਬਰੂਮ ਕਰਦੇ ਹਾਂ, ਮੱਪ ਕਰਦੇ ਹਾਂ, ਬਿਲਕੁਲ ਐਂਡ ਨੀਟ ਕਲੀਨ ਰੱਖਦੇ ਹਾਂ। ਕਿਉਂਕਿ ਇਹ ਸੱਚਾਈ ਹੈ ਕਿ ਜੇ ਸਾਡੀ ਕਾਰਪੇਟ ਆ, ਜਾਂ ਸਾਡੀ ਹਾਰਡਵੁੱਡ ਫਲੋਰ ਹੈਗੀ ਹੈ, ਜਾਂ ਹਾਰਡ ਫਲੋਰ ਹੈਗੀ ਹੈ, ਐਨੀ ਕਾਈਂਡ ਆਫ ਸਰਫੇਸ ਹੈਗਾ, ਜੋ ਉੱਥੇ ਗਾਰਬੇਜ ਪਿਆ ਰਹੇਗਾ, ਸਾਡੀਆਂ ਵਾਲਸ 'ਤੇ ਲਗਾਤਾਰ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਡਸਟ ਦੇ ਤੌਰ 'ਤੇ ਪਈਆਂ ਰਹਿਣਗੀਆਂ, ਅਤੇ ਅਲਟੀਮੇਟਲੀ ਉਹ ਸਾਡੇ ਫਲੋਰ ਨੂੰ ਖਰਾਬ ਕਰ ਦੇਗਾ। ਸਾਡੇ ਜਿਹੜਾ ਘਰ ਦਾ ਸਾਡਾ ਇੰਟੀਰੀਅਰ ਆ, ਜਿਹੜੀ ਸਾਡੀ ਉਹਦੀ ਡੈਕੋਰੇਸ਼ਨ ਆ, ਜਿਹੜੀ ਉਹਦੀ ਸ਼ੋਅ ਆ, ਉਹ ਖਤਮ ਹੋ ਜਾਏਗੀ। ਇਕੱਲਾ ਹੀ ਨਹੀਂ, ਉਹ ਅਲਟੀਮੇਟਲੀ ਘਰ ਦੇ 'ਚ ਰਹਿਣ ਵਾਲੇ ਲੋਕਾਂ ਨੂੰ ਬਿਮਾਰ ਵੀ ਕਰੇਗਾ, ਸਿੱਕ ਕਰੇਗਾ। ਫਿਜ਼ੀਕਲੀ ਹੋ ਸਕਦਾ ਹੈ ਉਹਨਾਂ ਨੂੰ ਜਿਹੜਾ ਹੈਗਾ ਐਗਜ਼ੀਮਾ ਹੋ ਜਾਏ, ਐਸਥਮਾ ਹੋ ਜਾਏ, ਕੁਛ ਇਹੋ ਜਿਹੀ ਚੀਜ਼ਾਂ ਹੋ ਸਕਦੀਆਂ ਨੇ। We are very aware about it. We are very careful. We always actually clean our houses. We always clean our places. And we put a lot of effort for that. That's a good thing. ਪਰ ਇਹ ਸਾਰਾ ਗਾਰਬੇਜ ਕਿੰਨਾ ਕੁ ਡੈਮੇਜ ਕਰੇਗਾ? ਸਾਡਾ ਕੋਈ ਸਾਲ ਦਾ 10, 15, 20 ਹਜ਼ਾਰ ਡਾਲਰ ਦਾ ਇੰਟੀਰੀਅਰ ਖਰਾਬ ਕਰ ਦੇਗਾ ਸਾਡੇ ਘਰ ਦਾ। ਕੰਪੈਰੇਟਿਵਲੀ ਜੋ ਅੱਗੇ ਜਾ ਕੇ ਗੱਲ ਕਰਦਾ, ਉਹ ਕਹਿੰਦਾ ਉਹਦੇ ਮੁਕਾਬਲਤਨ ਕੁਛ ਵੀ ਨਹੀਂ। ਇਹ ਵੱਧ ਤੋਂ ਵੱਧ ਕੀ ਕਰੇਗਾ? ਸਾਡੀ ਥੋੜ੍ਹੀ ਬਹੁਤੀ ਫਿਜ਼ੀਕਲ ਹੈਲਥ ਖਰਾਬ ਕਰ ਦੇਗਾ। ਸਾਨੂੰ ਹੋ ਸਕਦਾ ਕੁਝ ਐਗਜ਼ੀਮਾ ਦਾ ਪ੍ਰੋਬਲਮ ਆ ਜਾਏ, ਕੁਝ ਹੋਰ ਕੋਈ ਬਰੀਥਿੰਗ ਪ੍ਰੋਬਲਮ ਆ ਜਾਏ। ਵੀ ਹੈਵ ਟੂ ਵਿਜ਼ਿਟ ਡਾਕਟਰ, ਵੀ ਹੈਵ ਟੂ ਗੋ ਟੂ ਹੌਸਪਿਟਲ, ਵੀ ਹੈਵ ਟੂ ਟੇਕ ਸਮ ਸੋਰਟ ਆਫ ਮੈਡੀਸਿਨਸ। ਬਟ ਅਗੇਨ ਦਿਸ ਇਜ਼ ਨਥਿੰਗ ਕੰਪੈਰੇਟਿਵਲੀ। ਇੱਕ ਹੋਰ ਜਿਹੜਾ ਗਾਰਬੇਜ ਆ, ਜਿਹੜਾ ਸਾਡੇ ਪੂਰੇ ਜੀਵਨ ਨੂੰ ਬਰਬਾਦ ਤੇ ਤਬਾਹ ਕਰ ਸਕਦਾ, ਅਸੀਂ ਉਹਦੇ ਬਾਰੇ ਬਿਲਕੁਲ ਅਵੇਅਰ ਨਹੀਂ ਹੈਗੇ। ਅਤੇ ਉਹ ਕਹਿੰਦਾ ਕਮਾਲ ਇਹ ਹੈ, ਜਿਹੜਾ ਘਰ ਵਿੱਚ ਥੋੜ੍ਹੀ ਬਹੁਤੀ ਡਸਟ, ਥੋੜ੍ਹਾ ਬਹੁਤਾ ਜਿਹੜਾ ਕੁਝ ਹੋਰ ਗਾਰਬੇਜ ਵਗੈਰਾ ਆਉਂਦਾ ਆ, ਡਰਟ ਵਗੈਰਾ ਆਉਂਦੀ ਹੈ, ਫਿਲਥ ਵਗੈਰਾ ਆਉਂਦੀ ਹੈ, ਅਸੀਂ ਉਹ ਸਾਰੇ ਸੋਰਸਿਸ ਜਿਹੜੇ ਆ ਬੜੇ ਧਿਆਨ ਨਾਲ ਬੰਦ ਕਰਕੇ ਰੱਖਦੇ ਹਾਂ। ਦਰਵਾਜ਼ਾ ਨਹੀਂ ਖੋਲ੍ਹਦੇ, ਖਿੜਕੀਆਂ ਨਹੀਂ ਖੋਲ੍ਹਦੇ, ਪਰਦੇ ਲਾ ਕੇ ਰੱਖਦੇ ਹਾਂ। ਜਿਹੜੇ ਸ਼ੂਜ਼ ਨੇ ਉਹ ਬਿਲਕੁਲ ਫਰੰਟ ਡੋਰ ਦੇ ਉੱਤੇ ਲਾ ਦਿੰਦੇ ਹਾਂ, ਗਰਾਜ 'ਚ ਲਾ ਦਿੰਦੇ ਹਾਂ। ਲੋਕਾਂ ਨੇ ਘਰਾਂ 'ਚ ਮਡ ਏਰੀਆ ਬਣਾਇਆ ਥੋੜ੍ਹਾ, ਉੱਥੇ ਹੀ ਸਭ ਕੁਛ ਜੋ ਮਤਲਬ ਗੰਦੇ ਕੱਪੜੇ ਵਗੈਰਾ ਰੱਖ ਦੇਣੇ ਨੇ। ਇਸ ਤਰੀਕੇ ਅਸੀਂ ਐਫਰਟ ਪਾਉਂਦੇ ਹਾਂ। ਜਿਹੜਾ ਗਾਰਬੇਜ ਬਹੁਤ ਘੱਟ ਨੁਕਸਾਨਦੇਹ ਆ ਸਾਡੇ ਵਾਸਤੇ, ਪਰ ਇੱਕ ਨੂੰ ਗਾਰਬੇਜ ਸਿੱਧਾ ਨੁਕਸਾਨ ਕਰ ਰਿਹਾ। ਤੂੰ ਜਦੋਂ ਦੀ ਗੱਲ ਕਰ ਰਿਹਾ, ਉਸ ਨੂੰ ਜਦੋਂ ਅੱਜ ਦੇ ਲੈਵਲ 'ਤੇ ਕੰਪੇਅਰ ਕਰਾਂਗਾ ਤਾਂ ਬਿਲਕੁਲ ਹੈਰਾਨਗੀ ਹੋਏਗੀ।
ਉਹ ਕਹਿੰਦਾ ਉਹ ਗਾਰਬੇਜ ਕਿੱਥੋਂ ਆ ਰਿਹਾ? ਸਾਡੀ ਟੀਵੀ ਦੀ ਸਕਰੀਨ ਤੋਂ। ਐਂਡ ਦੈਟ ਐਕਚੁਅਲੀ ਕਾਈਂਡ ਆਫ ਕਹਿ ਲਓ ਕਿ ਉਹ ਜਿਹੜਾ ਡਰਟ ਕ੍ਰੀਏਟਰ ਹੈਗਾ ਜਾਂ ਉਹ ਜਿਹੜਾ ਫਿਲਥ ਕ੍ਰੀਏਟਰ ਹੈਗਾ ਆ, ਉਹਦਾ ਜਿਹੜਾ ਆਊਟਲੈਟ ਆ ਉਹ ਕਿਤੇ ਹੋਰ ਨਹੀਂ ਲੱਗਾ, ਸਾਡੇ ਬੈਡਰੂਮ ਵਿੱਚ ਲੱਗਾ, ਸਾਡੇ ਲਿਵਿੰਗ ਰੂਮ ਵਿੱਚ ਲੱਗਾ, ਸਾਡੀ ਫੈਮਿਲੀ ਰੂਮ ਵਿੱਚ ਲੱਗਾ। ਸਿੱਧੇ ਤੌਰ 'ਤੇ ਸਭ ਚੀਜ਼ਾਂ ਸੀ ਉਸੇ ਤਰੀਕੇ ਨਾਲ। ਚਲੋ ਇਹ ਤਾਂ ਗੱਲ ਹੋ ਗਈ ਕੋਈ 15 ਸਾਲ ਪੁਰਾਣੀ, ਵੈਨ ਆਈ ਵਾਜ਼ ਰੀਡਿੰਗ ਦੈਟ story, that magazine, and they were presenting this metaphor in a very sophisticated way according to that era, that time, that period of actually time. But if we bring it in today's world, nowadays, then we can see we're all carrying that source of, I should not say, but that is, see, ਪੌਂਦੂ ਬਕਸਾ ਕਹਿ ਸਕਦੇ ਹਾਂ। ਉਹ ਪੌਂਦੂਨੈਸ ਜਿਹੜੀ ਹੈ, ਉਹ ਪੌਂਦੂਪੁਣਾ ਜਿਹੜਾ ਆ, ਉਹ ਅਸੀਂ ਜੇਬਾਂ 'ਚ ਪਾ ਕੇ ਤੁਰੇ ਫਿਰਦੇ ਹਾਂ। ਬੰਦੇ ਨੂੰ ਕੋਈ ਅਹਿਸਾਸ ਨਹੀਂ ਮੇਰੀ ਆਹਾਰ ਕੀ ਹੈ, ਖੁਰਾਕ ਕੀ ਹੈ ਮੇਰੀ। ਅਤੇ ਇਹ ਖੁਰਾਕ ਤੁਹਾਡੇ ਸਟਮਕ ਦੀ, ਤੁਹਾਡੀ ਫਿਜ਼ੀਕਲ ਖੁਰਾਕ ਨਹੀਂ ਹੈ, ਇਹ ਤੁਹਾਡੇ ਮਨ ਦੀ ਖੁਰਾਕ ਹੈ, ਤੁਹਾਡੀ ਮਤ ਦੀ ਖੁਰਾਕ ਹੈ। ਅਸੰਖ ਮਲੇਛ ਮਲ ਭਖ ਖਾਏ। ਹੁਣ ਜਦੋਂ ਮਲ ਹੀ ਖਾਈ ਜਾਣੀ ਹੈ, ਫਿਰ ਬੰਦਾ ਕਹੇ ਜੀਵਨ 'ਚ ਬਸੰਤ ਨਹੀਂ। ਕਾਰ ਤਾਂ ਹੈ, ਘਰ ਵੀ ਹੈ, ਪੈਸਾ ਵੀ ਹੈ, ਪੋਜੀਸ਼ਨ ਵੀ ਚੰਗੀ ਹੈ, ਪੋਜੈਸ਼ਨਸ ਵੀ ਹੈਗੀਆਂ ਨੇ ਕੁਝ, ਬਟ ਸਟਿਲ ਸਮਥਿੰਗ ਇਜ਼ ਮਿਸਿੰਗ। ਵਟ ਸਮਥਿੰਗ ਇਜ਼ ਮਿਸਿੰਗ? ਯੂ ਆਰ ਅਨਹੈਲਦੀ, ਯੂ ਆਰ ਸਿੱਕ। ਐਂਡ ਸਿੱਕ ਪੀਪਲ ਦੇ ਕੈਨ ਨੋਟ ਇੰਜੋਏ ਐਨੀਥਿੰਗ। ਬਿਮਾਰ ਬੰਦਾ ਉਹ ਕੀ ਇੰਜੋਏ ਕਰੇਗਾ? ਉਸਨੂੰ ਤੇ ਕਈ ਵਾਰ ਬਿਮਾਰ ਨੂੰ ਪਤਾ ਵੀ ਨਹੀਂ ਮੈਂ ਬਿਮਾਰ ਹਾਂ। ਜਿਹੜੀ ਸਪਿਰਿਚੁਅਲ ਹੈਲਥ ਆ, ਇਹਦੀ ਬਾਤ ਗੁਰੂ ਬਾਬਾ ਜੀ ਨੇ ਕੀਤੀ। ਕਿਆ ਦੇਖ, ਪੋਸੀਬਿਲਿਟੀ ਤੇ ਹੈ ਕਿ ਤੂੰ ਉਸ ਬ੍ਰਹਮ ਰੂਪ ਨੂੰ ਮਾਣ ਸਕਦਾ ਹੈ, ਤੇਰੇ ਅੰਦਰ ਇਹ ਐਬਿਲਿਟੀ ਕੁਦਰਤ ਨੇ ਪਾ ਕੇ ਭੇਜੀ ਹੈ। ਪਰ ਤੈਨੂੰ ਪਤਾ ਵੀ ਤੇ ਹੋਏ ਉਸ ਬ੍ਰਹਮ ਦਾ ਫਲ ਜਿਹੜਾ ਆ ਉਹ ਕਿਸ ਸੀਜ਼ਨ 'ਚ ਲੱਗਦਾ ਹੈ, ਤੂੰ ਰੁੱਤ ਵਿੱਚ ਜਾ ਸਕੇ। ਜਦੋਂ ਉਸ ਰੁੱਤ 'ਚ ਨਹੀਂ ਜਾਣਾ, ਤੂੰ ਉਹ ਸੀਜ਼ਨ ਹੀ ਨਹੀਂ ਆਉਣਾ, ਤੇ ਫਿਰ ਭਾਈ ਉਹ ਫੁੱਲ, ਉਹ ਫਲ ਉਹ ਨਹੀਂ ਪ੍ਰਾਪਤ ਹੋਏਗਾ। ਇਹਦੀ ਬਾਤ ਕੀਤੀ ਗੁਰੂ ਅੰਗਦ ਸਾਹਿਬ ਨੇ। ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਘਰ 'ਚ ਕੰਤ ਵਸ ਗਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਅੱਜ ਦੀ ਦੁਨੀਆ 'ਚੋਂ ਦੇ ਦਿੰਦਾ, ਫਿਰ ਅਗਲੀ ਲਾਈਨ 'ਤੇ ਵਾਈਂਡ ਅਪ ਕਰ ਦਿੰਦਾ ਵਾ। ਆਪ ਜੀ ਨੇ ADD ਸੁਣੀ ਹੋਣੀ ਹੈ, ਐਡੀਸ਼ਨ, ਖਾਸ ਕਰਕੇ ਅਟੈਂਸ਼ਨ ਡਿਫੀਸ਼ੀਐਂਸੀ ਡਿਸਆਰਡਰ, ਮੈਂਟਲ ਹੈਲਥ ਦੇ ਵਿੱਚ ਬੱਚਿਆਂ ਨੂੰ ਅਕਸਰ ਜਿਹੜਾ ਡਾਇਗਨੋਸ ਕਰਤਾ ਜਾਂਦਾ। ADHD ਬਾਰੇ ਸੁਣਿਆ ਹੋਵੇਗਾ ਤੁਸੀਂ, ਇਹਨਾਂ ਚੀਜ਼ਾਂ ਬਾਰੇ। ਅੱਜ ਕੱਲ੍ਹ ਹਰ ਤੀਸਰੇ ਚੌਥੇ ਬੱਚੇ ਨੂੰ ਡਾਇਗਨੋਸ ਕਰੀ ਜਾ ਰਹੇ ਨੇ ਉਹ। ਪਰ ਇਨ ਰਿਐਲਿਟੀ ਦਿਸ ਇਜ਼ ਏ ਇਸ਼ੂ, ਨੋ ਡਾਊਟ। ਪਰ ਕਈ ਵਾਰੀ ਵਾਇਰਿੰਗ ਤੋਂ ਹੁੰਦਾ ਆ ਅੰਦਰ, ਫਿਜ਼ੀਕਲ ਸਾਈਡ ਤੋਂ। ਇਹ ਸਾਈਕੋਲੋਜੀਕਲ ਨਹੀਂ ਗੱਲਾਂ ਹੁੰਦਾ, ਕੁਛ ਨਾ ਕੁਛ ਅੰਦਰ ਵਾਇਰਿੰਗ ਵਿੱਚ ਮਿਸਿੰਗ ਪਾਰਟ, ਸਮਝੋ ਬਾਇਓਲੋਜੀਕਲ ਸਾਈਡ ਤੋਂ ਕੋਈ ਚੀਜ਼ ਨਾਲ ਆ ਰਹੀ ਹੈ। ਉਹਦੇ ਅੰਦਰ ਇੱਕ ਐਸੀ ਚੀਜ਼, ਇੱਕ ਐਸਾ ਪਾਰਟ, ਕੁਝ ਐਸੇ ਕੈਮੀਕਲ ਰਿਐਕਸ਼ਨਸ ਮਿਸ ਹੁੰਦੇ ਨੇ ਕਿ ਜਿਸ ਚੀਜ਼ ਨੂੰ ਪਕੜਨਾ ਆ, ਜਿਸ ਚੀਜ਼ ਨੂੰ ਧਿਆਨ 'ਚ ਰੱਖਣਾ ਆ, ਉਹ ਕਈ ਵਾਰੀ ਧਿਆਨ 'ਚ ਰਹਿੰਦੀ ਨਹੀਂ ਗੀ। ਜਿਹਨੂੰ ਸਰਲ ਕਰ ਲਵੋ, ਜਿਹੜੀ ਦੁਨੀਆ ਆ ਬਾਹਰ ਦੀ, ਇਹ ਸਾਰੀ ਦੁਨੀਆ, ਇਹ ਐਕਚੁਅਲ ਦੁਨੀਆ ਸਾਡੇ ਮਨ ਵਿੱਚ ਵਸਦੀ ਹੈ, ਮਨ ਵਿੱਚ ਬਣਦੀ ਹੈ। ਇੱਕ ਕੋਈ ਡਾਕਟਰ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਲਾਇਰ ਬਣਿਆ, ਕੁਛ ਵੀ ਬਣਿਆ, ਬਾਅਦ ਵਿੱਚ ਜਿਹੜਾ ਐਗਜ਼ੈਕਟਲੀ ਜਿਹੜਾ ਬਣਿਆ, ਬੜਾ ਬਾਅਦ ਵਿੱਚ ਬਣਿਆ, ਪਹਿਲਾਂ ਆਪਣੇ ਮਨ ਵਿੱਚ ਬਣਿਆ। ਮਨ ਵਿੱਚ ਕਿਹਨੇ ਬਣਾਇਆ? ਜਿਨਨੇ ਉਹਦੀ ਗਰੂਮਿੰਗ ਕੀਤੀ, ਜਿਹਨੇ ਉਹਨੂੰ ਮੈਂਟਰ ਕੀਤਾ। ਕਿਤੇ ਸਭ ਤੋਂ ਪਹਿਲਾਂ ਮੈਂਟਰ ਕੌਣ ਹੁੰਦਾ ਆ? ਮਾਂ। ਹੁਣ ਉਹ ਮਾਂ, ਉਹ ਪਿਤਾ, ਉਹ ਫੈਮਿਲੀ ਉਹਦੇ ਮਨ ਵਿੱਚ ਕੋਈ ਚੀਜ਼ ਬਿਠਾਉਂਦੀ ਹੈ, ਲਿਟਰਲੀ ਤੌਰ 'ਤੇ, ਹੂ ਯੂ ਆਰ, ਤੂੰ ਕੌਣ ਹੈ। ਉਹ ਲਗਾਤਾਰ ਫੀਡ ਕਰਦੀ ਹੈ, ਦੱਸਦੀ ਹੈ, ਹੌਲੀ 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 ਅਹਿਸਾਸ ਆਉਂਦਾ ਆ। ਫਿਰ ਵੀ ਚੇਤੇ ਰੱਖਿਆ ਜੇ, ਇਸੇ ਅੰਦਰ ਦੀ ਦੁਨੀਆ ਦੇ ਵਿੱਚ, ਇਸੇ ਮਨ ਦੀ ਦੁਨੀਆ ਦੇ ਵਿੱਚ, ਇਸੇ ਸੋਚ ਦੀ ਦੁਨੀਆ ਦੇ ਵਿੱਚ ਮਾਂ ਬਾਪ ਵੀ ਬੈਠਦੇ ਨੇ ਆ ਕੇ। ਕਈ ਵਾਰ
ਮਾਂ ਬਾਪ ਫਿਜ਼ੀਕਲੀ ਪ੍ਰੈਜ਼ੈਂਟ ਹੁੰਦੇ ਨੇ, ਆਲੇ ਦੁਆਲੇ ਹੁੰਦੇ ਨੇ, ਇੱਥੇ ਨਹੀਂ ਹੁੰਦੇ। ਕਈ ਵਾਰ ਰਿਸ਼ਤੇ ਵੀ ਸਾਰੇ ਹੁੰਦੇ ਨੇ ਆਲੇ ਦੁਆਲੇ, ਇੱਥੇ ਨਹੀਂ ਹੁੰਦੇ। ਜੇ ਉਸ ਬੰਦੇ ਦੀ ਸੂਰਤ 'ਚ, ਸੋਚ 'ਚ ਉੱਥੇ ਨਹੀਂ ਹੈਗੇ, ਉਹਦੇ ਵਾਸਤੇ ਕੋਈ ਐਗਜ਼ਿਸਟ ਨਹੀਂ ਕਰਦੇ। ਤੇ ਇਹਦਾ ਕੋਈ ਇੱਕ ਰੌਕਟ ਸਾਇੰਸ ਵੀ ਨਹੀਂ ਹੈ। ਥੋੜ੍ਹੇ ਸਮੇਂ ਦੇ ਸੋਚ ਵਿਹਾਰ ਤੋਂ ਬਾਅਦ, ਜੀਵਨ ਦੀ ਜਦੋਂ ਡਿਸੀਜ਼ਨ ਮੇਕਿੰਗ ਆਉਂਦੀ ਹੈ, ਜਦੋਂ ਤੁਸੀਂ ਲਾਈਫ ਆਪਣੀ ਨੂੰ ਡਾਇਰੈਕਸ਼ਨ ਦੇਣੀ ਹੁੰਦੀ ਹੈ, ਤੇ ਉਸ ਸਾਰੇ ਜਦੋਂ ਤੁਹਾਡਾ ਉਹਨਾਂ ਸਾਰਿਆਂ ਦੇ ਪ੍ਰਤੀ ਧਿਆਨ ਨਹੀਂ ਹੁੰਦਾ ਤੇ ਤੁਸੀਂ ਆਪ ਮੁਹਾਰੇ ਲੈਵਲ 'ਤੇ ਡਿਸੀਜ਼ਨ ਬਣਾਉਣੇ ਸ਼ੁਰੂ ਕਰ ਦਿਓ, ਉਦੋਂ ਪਤਾ ਲੱਗ ਜਾਣਾ ਚਾਹੀਦਾ ਹੈਗਾ ਕਿ ਦੋਜ਼ ਥਿੰਗਸ ਨੈਵਰ ਐਗਜ਼ਿਸਟ ਫॉर ਮੀ, ਦੇ ਆਰ ਨੋਟ ਇਨਸਾਈਡ ਮੀ ਐਟ ਆਲ, ਦੇ ਆਰ ਨੋਟ ਦ ਪਾਰਟ ਆਫ ਮਾਈ ਲਾਈਫ। ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਇਹ ਖੁਦ ਡਾਇਗਨੋਸ ਹੋ ਜਾਂਦਾ। ਇਹ ਮੈਂ ਫਿਜ਼ੀਕਲ ਰਿਲੇਸ਼ਨਸ਼ਿਪਸ ਦੀ, ਫਿਜ਼ੀਕਲ ਵਰਲਡ ਦੀ ਗੱਲ ਕਰ ਰਿਹਾ। ਹੁਣ ਆ ਜਾਓ ਸਪਿਰਿਚੁਅਲ ਵਰਲਡ ਦੇ ਵਿੱਚ। ਮੇਰੇ ਅਮਲ, ਕਰਮ, ਸੋਚ, ਵਿਚਾਰ ਜੋ ਕੁਛ ਵੀ ਹੈ, ਜੇ ਕਿਤੇ ਮੈਂ ਇਹ ਸੋਚ ਮੇਰੇ ਅੰਦਰ ਆ ਗਈ ਗੱਲ ਕਿ ਮੈਂ ਰੱਬ ਵਿੱਚ ਵਿਸ਼ਵਾਸ ਕਰਦਾ, ਤੇ ਉਹ ਬੈਠਾ ਹੋਏਗਾ ਮੇਰੇ ਅੰਦਰ। ਇਹ ਚੇਤੇ ਰੱਖਿਆ ਜੇ। ਹਰ ਅਮਲ ਵਿੱਚ ਮੈਨੂੰ ਅਹਿਸਾਸ ਹੋਏਗਾ ਉਹਦਾ, ਹਰ ਸੋਚ 'ਚ ਅਹਿਸਾਸ ਹੋਏਗਾ ਮੇਰਾ। ਮੈਂ ਜਦੋਂ ਕੁਝ ਵੀ ਸੋਚ ਰਿਹਾ ਵਾਂ, ਮੈਨੂੰ ਅਹਿਸਾਸ ਹੋਏਗਾ। ਕੋਈ ਵੇਖੇ ਨਾ ਵੇਖੇ, ਕੱਟ ਕੱਟ ਕੇ ਪਟ ਪਟ ਕੀ ਜਾਣੈ, ਭਲੇ ਬੁਰੇ ਕੀ ਪੀਰ ਪਛਾਨੈ, ਚੀਟੀ ਤੇ ਕੂੰਚਰ ਅਸਥੂਲਾ। ਕਿਹੜਾ ਲੁਕਿਆ ਉਹਦੇ ਤੋਂ? ਹਾਥੀ ਲੁਕਿਆ ਕਿ ਕੀੜੀ ਲੁਕੀ ਉਹਦੇ ਤੋਂ? ਜਦੋਂ ਮੈਂ ਉਹਦਾ ਉਪਾਸ਼ਕ ਹਾਂ, ਉਹ ਤੇ ਫਿਰ ਅੰਤਰਜਾਮੀ ਹੈ, ਅੰਦਰ ਹੀ ਹੈ। ਧੋਖਾ ਕਿਹਨੂੰ ਦੇਣਾ? ਝੂਠ ਕਿਹਨੂੰ ਬੋਲਣਾ? ਦਗਾ ਕਿਹਦੇ ਨਾਲ ਕਰਾਂਗਾ? ਫਰੇਬ ਕਿਹਨੂੰ ਕਰਾਂਗਾ? ਇੱਥੋਂ ਫਿਰ ਜੀਵਨ ਦਾ ਬਸੰਤ ਆਉਂਦਾ ਆ। ਇਹ ਰੀਅਲ ਬਸੰਤ ਹੈ। ਇਹਦੇ ਵਿੱਚੋਂ ਜਿਹੜੀ ਫਿਰ ਤਰੱਕੀ ਨਿਕਲੇਗੀ, ਜਿਹੜੀ ਜੋ ਵੀ ਅਚੀਵਮੈਂਟ ਨਿਕਲੇਗੀ, ਉਹ ਬੜੀ ਸੁਖਮਈ ਹੋਏਗੀ। ਉਹ ਇਹ ਨਹੀਂ ਕਿ ਇੱਕਦਮ ਕੋਈ ਚੀਜ਼ ਬੂਸਟ ਕੀਤੀ, ਚੜ੍ਹ ਗਈ ਚੜ੍ਹਾਈ, ਮੁੜ ਕੇ ਉੱਥੇ ਜਾ ਕੇ ਪਤਾ ਲੱਗਾ ਵੀ ਓਹੋ ਇਹ ਤੇ ਫੀਸ ਬੜੀ ਹਾਈ ਹੈ, ਹਾਈ ਫੀਸ ਪੇ ਕਰਨੀ ਪਏਗੀ। ਦੈਟਸ ਨਾਟ ਗੁੱਡ। ਜਿਵੇਂ ਅੱਜ ਗਲੋਬਲ ਵਾਰਮਿੰਗ ਆ, ਪਿਛਲੇ 30-40 ਸਾਲਾਂ ਦੀ ਜਿੰਨੀ ਡਿਵੈਲਪਮੈਂਟ ਹੋਈ ਹੈ, ਲੱਗਾ ਦੁਨੀਆ ਗੱਲ ਹੀ ਕੁਛ ਨਹੀਂ ਹੈ। ਹਾਂ, ਤੇ ਗੱਲ ਹੀ ਬਣ ਗਈ ਕਿ ਹੁਣ ਤੇ ਬਸ ਇੱਥੋਂ ਪਲੇਨ ਤੇ ਚੜੇ ਉੱਥੇ, ਤੇ ਉੱਥੋਂ ਪਲੇਨ ਤੇ ਚੜੇ ਇੱਥੇ, ਤੇ ਵੱਡੀਆਂ ਕਾਰਾਂ, ਇੰਨਾ ਸਭ ਕੁਝ, ਮਤਲਬ ਇਤਨੀ ਜ਼ਿਆਦਾ ਪ੍ਰੋਸਪੈਰਿਟੀ ਬੰਦੇ ਨੇ ਵੇਖੀ ਆਲੇ ਦੁਆਲੇ। ਆਪ ਅਹਿਸਾਸ ਕਰੋ, ਲੋਕਾਂ ਨੇ, ਮੈਂ ਤੇ ਬਹੁਤਾ ਲਿਟਰੇਚਰ 'ਚ ਹੀ ਪੜ੍ਹਿਆ ਆ, ਪਰ ਇਹ ਵੀ ਇੱਕ ਸੂਟ ਪਾਇਆ ਬੰਦੇ ਨੇ, ਇੱਕ ਕੱਪੜਾ ਪਾਇਆ ਹੈਗਾ, ਤੇ ਦੂਸਰਾ ਕੱਪੜਾ, ਪਹਿਲਾ ਕੱਪੜਾ ਥੋੜ੍ਹਾ ਪੁਰਾਣਾ ਲੱਗਣਾ ਸ਼ੁਰੂ ਹੋਏਗਾ, ਤਾਂ ਜਾ ਕੇ ਦੂਸਰਾ ਕੱਪੜਾ ਬੰਦਾ ਕਹੇਗਾ ਚਲੋ ਹੁਣ ਲੋੜ ਲੱਗਦੀ ਹੈ, ਮੈਨੂੰ ਲੱਗਦਾ ਵੀ ਮੈਨੂੰ ਨਵੀਂ ਸ਼ਰਟ ਚਾਹੀਦੀ ਹੈ, ਨਵਾਂ ਹੁਣ ਮੈਨੂੰ ਕੁੜਤਾ ਚਾਹੀਦਾ ਹੈਗਾ। ਇਹ ਇਸ ਸਮੇਂ 'ਚੋਂ ਲੰਘਣ ਵਾਲਾ ਮਨੁੱਖੀ ਸਮਾਜ, ਸਾਡੇ ਘਰਾਂ ਦੇ ਵਿੱਚ ਜਿੱਡਾ ਵੱਡਾ ਬੈਡਰੂਮ, ਓਡੀ ਵੱਡੀ ਵਾਕ ਇਨ ਕਲੋਜ਼ਟ। ਮਤਲਬ ਮੈਂ ਤਾਂ ਮਾਫੀ ਮੰਗਾਂਗਾ, ਕਈ ਵਾਰੀ ਲਿਟਰਲੀ ਤੌਰ 'ਤੇ ਮੈਂ ਬਿਆਨ ਵੀ ਕੀਤਾ, ਅਤੇ ਕਈ ਵਾਰੀ ਸੰਗਤ 'ਚੋਂ ਕੋਈ ਸੱਜਣ ਨੂੰ ਕਹਿ ਵੀ ਦਿੰਦੇ ਕਈ ਵਾਰੀ, ਭਾਈ ਸਾਹਿਬ ਤੁਸੀਂ ਬਿਲਕੁਲ ਸੱਚ ਕਹਿ ਰਹੇ ਹੋ। ਅੱਜ ਮੈਂ ਬਿਲਕੁਲ ਇੱਕ ਵੀ ਨਵੀਂ ਚੀਜ਼ ਆਪਣੇ ਵਾਸਤੇ ਖਰੀਦਣੀ ਬੰਦ ਕਰ ਦਿਆਂ ਨਾ, ਤੇ ਮੈਨੂੰ ਨਹੀਂ ਲੱਗਦਾ ਕਿ ਜਿੰਨੀ ਕੁ ਮੇਰੀ ਜ਼ਿੰਦਗੀ ਬਚੀ ਹੈ, ਜਿੰਨਾ ਮੈਂ ਸਮਾਨ ਰੱਖਿਆ ਆ ਘਰ ਦੇ 'ਚ, ਇਹ ਵੀ ਯੂਜ਼ ਹੋ ਜਾਏਗਾ। ਨੋ ਵੇ, ਦੈਟਸ ਟੂ ਮੱਚ। ਪਰ ਇਹ ਹੋਣ ਦੇ ਬਾਵਜੂਦ ਵੀ ਜੀਵਨ ਦੇ ਵਿੱਚ ਸੰਤੋਖ ਹੈ, ਜਿਹਨੂੰ ਅਸੀਂ ਕੰਟੈਂਟਮੈਂਟ ਕਹਿੰਦੇ ਹਾਂ। Can we claim that we are close to this virtue? If we are not, then what are we looking for? What are we seeking in this world? If we pay attention toward that side, then we can definitely see, no, that basant is missing. ਇਹਨੂੰ ਗੁਰੂ ਅੰਗਦ ਸਾਹਿਬ ਨੇ ਬਿਆਨ ਕੀਤਾ, ਕਿਆ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ। ਤੇ ਮੈਂ ਫਿਰ ਬੇਨਤੀ ਕੀਤੀ ਕਿ ਇੱਕ ਅੰਦਰ ਬਣਦੀ ਚੀਜ਼, ਅੰਦਰ ਵਸਦੀ ਹੈ ਚੀਜ਼, ਜਿੱਥੇ ਮਾਂ ਹੈ, ਪਿਤਾ ਹੈ, ਘਰ ਦਾ ਇਨਵਾਇਰਮੈਂਟ, ਇਹ ਵਸਾਉਂਦਾ ਹੌਲੀ ਹੌਲੀ ਤੁਹਾਡੇ ਅੰਦਰ
ਮਾਂ ਐਗਜ਼ਿਸਟ ਕਰਦੀ ਹੈ, ਪਿਤਾ ਐਗਜ਼ਿਸਟ ਕਰਦਾ ਹੈ, ਭੈਣ ਭਰਾ ਐਗਜ਼ਿਸਟ ਕਰਦੇ ਨੇ, ਫੈਮਿਲੀ ਐਗਜ਼ਿਸਟ ਕਰਦੀ ਹੈ, ਸੁਸਾਇਟੀ ਐਗਜ਼ਿਸਟ ਕਰਦੀ ਹੈ, ਸੋਸ਼ਲ ਰਿਸਪੈਕਟ ਐਗਜ਼ਿਸਟ ਕਰਦੀ ਹੈ, ਫੈਮਿਲੀ ਵੈਲਿਊਜ਼ ਐਗਜ਼ਿਸਟ ਕਰਦੀਆਂ ਨੇ। ਬੰਦਾ ਇਹਦੇ ਵਿੱਚੋਂ ਉੱਭਰਦਾ ਆ। ਇੱਥੇ ਹੀ ਫਿਰ ਇੱਕ ਸਪਿਰਿਚੁਅਲ ਲੈਵਲ ਆਉਂਦਾ ਆ। ਬੰਦੇ ਨੂੰ ਰੋਜ਼ ਪ੍ਰੇਅਰ ਕਰਨੀ ਚਾਹੀਦੀ ਹੈ, ਬੰਦੇ ਨੂੰ ਜਵਾਬਦੇਹ ਹੋਣਾ ਚਾਹੀਦਾ ਆਪਣੀ ਕੌਂਸ਼ੀਅਸ ਦੇ ਪ੍ਰਤੀ, ਬੰਦੇ ਨੂੰ ਸਿਮਰਨ ਕਰਨਾ ਚਾਹੀਦਾ ਹੈ, ਬੰਦੇ ਨੂੰ ਕੁਛ ਰੂਹਾਨੀ ਤੌਰ 'ਤੇ ਅਰਨ ਕਰਨਾ ਚਾਹੀਦਾ। ਸੋ ਦੈਟ ਕਮਸ ਇਨ ਆਵਰ ਮਾਈਂਡ। ਇਹਨੂੰ ਸਾਹਿਬ ਨੇ ਕਿਹਾ, ਜਿਨ ਕਰ ਵਸਿਆ ਕੰਤ, ਜਿਹਦੇ ਹਿਰਦੇ ਘਰ 'ਚ ਆ ਕੰਤ ਵਸ ਗਿਆ, ਆ ਸੋਚ ਵਸ ਗਈ। ਅਗਲਾ ਬਚਨ ਇਹਦੇ ਨਾਲ ਲੈ ਲਈਏ, ਅਗਲੀ ਪੰਕਤੀ ਹੈ, ਜਿਨ ਕੇ ਕੰਤ ਦਿਸਾਪੁਰੀ ਸੇ ਅਹਨੁਸ ਫਿਰੈ ਜਲੰਤ। ਜਿਨ ਕੇ ਕੰਤ ਦਿਸਾਪੁਰੀ, ਜਿਨ੍ਹਾਂ ਦੇ ਕੰਥ, ਮਤਲਬ ਦਿਸਾਪੁਰੀ ਦਾ ਮਤਲਬ ਹੈ ਵੱਖਰੀਆਂ ਵੱਖਰੀਆਂ ਪੁਰੀਆਂ ਤੇ ਦੇਸ਼ਾਂ 'ਚ ਘੁੰਮਦੇ ਫਿਰਦੇ ਨੇ, ਜੋ ਪ੍ਰਦੇਸ਼ ਚਲੇ ਗਏ ਨੇ, ਦੁਰਾਡੇ ਚਲੇ ਗਏ ਨੇ। ਗੁਰੂ ਅੰਗਦ ਸਾਹਿਬ ਦੀ ਗੱਲ ਇਸ ਰੂਪ ਵਿੱਚ ਕਰਦੇ ਕਿ ਉਹ ਦਿਸਾਪੁਰੀ ਕੰਥ ਭਾਵੇਂ ਕਿਹਾ ਗਿਆ, ਪਰ ਐਕਚੁਅਲ ਲੈਵਲ ਤੇ ਕੰਥ ਤੇ ਮੌਜੂਦ ਆ ਜੋ ਲੋਕ ਆਪ ਲੋਸਟ ਹੋ ਗਏ ਨੇ, ਗਵਾਚ ਗਏ ਨੇ ਭਾਈ। ਉਹ ਤੇ ਫਿਰ ਹਾਲਤ ਇਹ ਹੈ, ਸੇ ਅਹਨਸ ਫਿਰ ਹੈ ਜਲੰਤ। ਫਿਰ ਜਲੰਤ ਸਮਰ, ਬਹੁਤ ਗਰਮੀ ਜਦੋਂ ਪੈਂਦੀ, ਲੂਆਂ ਚੱਲਦੀਆਂ। ਬਸੰਤ ਹੀ ਤੇ ਲੂ ਨਹੀਂ ਚੱਲਦੀ। ਬਸੰਤ ਦੀ ਹਵਾ ਤੇ ਬੜੀ ਬਰੀਜ਼ਿੰਗ ਹੁੰਦੀ ਹੈ, ਬੜੀ ਨਾਈਸ ਹੁੰਦੀ ਹੈ। ਇਟ ਗਿਵਸ ਅਸ ਵੈਰੀ ਐਕਚੁਅਲੀ ਯੂ ਕੈਨ ਸੇ ਪਲੈਜ਼ੈਂਟ ਫੀਲਿੰਗ। ਪਰ ਜਦੋਂ ਬਹੁਤ ਜਲੰਤ, ਜਦੋਂ ਉਸ ਕਿਸਮ ਦੀ ਬੜੀ ਹੈ, ਜਿਹਨੂੰ ਕਹਿ ਲਓ ਕਿ ਲੂ ਚੱਲਦੀ ਹੈ, ਉਦੋਂ ਤੇ ਸੜਦਾ ਆਪਣਾ ਆਪ। ਇਹਨੂੰ ਗੁਰੂ ਬਾਬਾ ਜੀ ਕਹਿੰਦੇ ਕਿ ਜਦੋਂ ਸਾਨੂੰ ਅਹਿਸਾਸ ਹੀ ਨਹੀਂ ਹੈਗਾ ਉਹਨਾਂ ਰੱਬੀ ਗੁਣਾਂ ਦਾ, ਰੱਬੀ ਅਮਲਾਂ ਦਾ, ਰੱਬੀ ਪੈ ਭਾਵ ਦਾ, ਭਾਈ ਜੀਵਨ ਜਲੇਗਾ, ਜੀਵਨ ਸੜੇਗਾ। ਤੈਨੂੰ ਡਿਫਰੈਂਟ ਲੈਵਲ 'ਤੇ ਮਾਇੰਡ 'ਚ ਕਿਤੇ ਪੜ੍ਹਦੇ ਹੋ, ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿੰਨਾ ਪਾਸ। ਇੱਥੇ ਕੰਤ ਕਿਹਾ, ਉੱਥੇ ਨਾ ਕਿਹਾ। ਕਿਤੇ ਕਿਹਾ ਸਭ ਕਹਿੰਦੇ ਕਿ ਜੀੜਾ ਅਗਨ ਬਰਾਬਰ ਤਪੈ ਪੀਤਰ ਵੱਗੈ ਕਾਂਤੀ। ਇਹ ਹਾਲਤ ਹੁੰਦੀ ਹੈ ਜਦੋਂ ਬੰਦਾ ਹੁਕਮ ਨਹੀਂ ਸਮਝਦਾ। ਕਿਤੇ ਮਹਾਰਾਜ ਬਿਆਨ ਕਰਦੇ, ਜੀਓ ਤਪਤ ਹੈ ਆਪਣਾ ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਭਾਈ ਦੇਖ, ਇਸ ਦੁੱਖ ਨੂੰ ਵਿਸਾਰਨ ਲਈ ਸਦਾ ਤੋਂ ਲੈ ਕੇ ਸਦਾ ਤੱਕ ਉਹਦੀ ਸੇਵਾ 'ਚ ਲੱਗ, ਜਿਹੜਾ ਤੈਨੂੰ ਇਹਦੇ 'ਚੋਂ ਬਚਾ ਸਕਦਾ ਆ। ਗੁਰੂ ਬਾਬਾ ਜੀ ਕਹਿੰਦੇ ਉਹ ਕੰਤ ਹੈ, ਉਹ ਕਰਤਾਰ ਦਾ, ਉਹਦੀ ਹੋਂਦ ਆ, ਉਹਦੀ ਪ੍ਰੈਜ਼ੈਂਸ ਆ। ਜੇ ਸੁਰਤ 'ਚ ਉਹਨੂੰ ਅਪਣਾ ਲਏਗਾ, ਜੀਵਨ ਵਾਕਿਆ 'ਚ ਚੰਗੇਰੀਆਂ ਨੁਹਾਰਾਂ 'ਤੇ ਵਧੇਗਾ। ਅੱਗੇ ਪੌੜੀ ਦੇ ਵਿੱਚ ਇਹਦਾ ਫਰਦਰ ਐਕਸਟੈਂਸ਼ਨ ਹੈਗੀ ਹੈ, ਫਰਦਰ ਐਕਸਪਲੇਨੇਸ਼ਨ ਹੈਗੀ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਹੀ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਨੀਆਂ। ਕਿਰਸਾਨੀ ਸੰਘਰਸ਼ ਜੋ ਭਾਰਤੀ ਖਿੱਤੇ ਅਤੇ ਪੰਜਾਬ ਦੀਆਂ ਫਿਜ਼ਾਵਾਂ 'ਚ ਮਾਈ ਪਾਈ ਕਰ ਰਹੇ ਨੇ, ਭਾਈ ਉਹਨਾਂ ਦੀ ਸਫਲਤਾ ਅਤੇ ਚੜ੍ਹਦੀ ਕਲਾ ਦੀ ਹਮੇਸ਼ਾ ਤਰ੍ਹਾਂ ਅਰਦਾਸ ਹੈ। ਸਮਾਪਤੀ ਕਰਦੇ ਹਾਂ, ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।